जत कतः ततः दृष्टं स्वर्ग मर्त पयाल लोकः सर्वत्र रमणं गोविंदः नानक लेप छेप न लिप्यते। परमात्मा सर्व व्यापक है ਤੇ ਗੁਰਬਾਣੀ ਨੇ ਇਹ ਉਪਦੇਸ਼ ਕੀਤਾ ਹੈ ਕਿ ਉਸ ਸਰਵ ਵਿਆਪਕ ਪਰਮਾਤਮਾ ਨੂੰ ਆਪਣੇ ਜੀਵਨ ਦੇ ਵਿੱਚ ਵੇਖਣਾ ਔਰ ਹਰ ਥਾਂ ਤੇ ਵੇਖਣਾ ਇਹੀ ਉਸ ਪਰਮਾਤਮਾ ਦੇ ਮਿਲਾਪ ਦੇ ਰਸਤੇ ਦੇ ਉੱਤੇ ਇੱਕ ਬਹੁਤ ਵੱਡੀ ਦਾਤ, ਇੱਕ ਬੜੀ ਵੱਡੀ ਕਾਮਯਾਬੀ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੋ ਜਾਂਦੀ ਹੈ। ਅੱਜ ਦੇ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਬਚਨ ਕਰ ਰਹੇ ਹਨ, ਜਤ ਕਤਹਿ ਤਤਹਿ ਦ੍ਰਿਸ਼ਟੰ स्वर्ग मर्त पयाल लोक है। जत कतह जिथे किथे। सतगुरु जी आखते हैं कि जिस मनुख ने उस परमात्मा नूं स्वर्ग, मात लोक अते पाताल लोक विच जिथे किथे भाव हर थां वेख लिया है, अर्थात जिन्हों ये अनुभव हो चुकिया है, जहाँ जहाँ पेखों तहाँ हजूर दूर कतू न जाई, रव रहिया सर्वत्र में मन सदा ते आई। जिसने उस परमात्मा ਨੂੰ हर ਥਾਂ ਤੇ अनुभव ਕੀਤਾ ਹੈ, महसूस ਕੀਤਾ ਹੈ। ਸਰਬਤਰ ਰਮਣੰ ਗੋਬਿੰਦ ਹੈ, ਨਾਨਕ ਲੇਪ ਛੇਪ ਨਾ ਲਿਪਯਤੇ। ਉਹ ਪਰਮਾਤਮਾ ਜੋ ਸਰਬਤਰ ਰਮਣੰ ਹੈ, ਭਾਵ ਹਰ ਥਾਂ ਤੇ ਵਸਿਆ ਹੋਇਆ ਹੈ, ਓਮਨੀ ਪ੍ਰੈਜ਼ੈਂਟ ਹੈ, उस परमात्मा का अनुभव जिन्हें हर थां कर लिया है, नानक लेप छेप न लिप्यते। वो विकारां दे पोचे दे नाल नहीं लिबड़दा, भाव विकारां दा लेप उस दे उत्ते नहीं लग सकता। कारण उन्हों हर थां ते उस परमात्मा की व्यापकता अनुभव हो रही है। असीं लोग संसार दे विच पापां दे नाल क्यों लिबड़दे हां? क्योंकि सानू लगता है कि पाप करते हुए सानू कोई वेख नहीं रहा, पर सच ये है कि परमात्मा तो हर वेले वेख रहा है। जपजी साहिब च सतगुरु कहते ओ वेखै ओना नज़र ना आवे बहुता यह विडाण। परमात्मा तो जीवां नू वेख रहा है, पर जीवां नू परमात्मा नहीं दिसदा। सानू परमात्मा नहीं दिसदा, असीं ये सोच लिया है कि परमात्मा सानू नहीं वेख रहा, तो उन्होंने भुला के उन्होंने विसार के ਅਸੀਂ ਸੰਸਾਰ ਦੇ ਵਿੱਚ ਫਿਰ ਪਾਪ ਕਰਮਾਂ ਦੇ ਵੱਲ ਤੁਰ ਪੈਂਦੇ ਹਾਂ। ਸਤਿਗੁਰੂ ਆਖਦੇ, ਜਿਨੇ ਉਸ ਪਰਮਾਤਮਾ ਨੂੰ ਸਰਬ ਵਿਆਪਕ ਜਾਣ ਲਿਆ ਹੈ, ਹਰ ਥਾਂ ਤੇ ਉਹਦੀ ਅਨੁਭੂਤੀ ਜਿਨੇ ਕਰ ਲਈ ਹੈ, ਉਹ ਪਾਪਾਂ ਤੋਂ ਬਚ ਜਾਂਦਾ ਹੈ। ਪਾਪਾਂ ਦਾ ਲੇਪ, ਪਾਪਾਂ ਦਾ ਪੋਚਾ ਉਹਦੇ ਉੱਤੇ ਨਹੀਂ ਲੱਗਦਾ। ਵਿਖਿਆ ਭਯੰਤ ਅੰਮ੍ਰਿਤੰ दृष्टा सखा स्वजन है। ऐसे मनुख दे लई अगला श्लोक, ਜ਼ਹਿਰ भी अमृत बन जाता है। ਭਾਵ ਦੁਨੀਆ ਦੇ ਵਿੱਚ ਜਿਹੜੀ ਨੈਗੇਟਿਵਿਟੀ ਹੈ ਉਹ ਵੀ ਉਹਦੇ ਲਈ ਪੋਜ਼ਿਟਿਵਿਟੀ ਦੇ ਵਿੱਚ ਬਦਲ ਜਾਂਦੀ ਹੈ, ਕਿਉਂਕਿ ਉਹਦੇ ਕੋਲ ਉਹ ਪਰਮਾਤਮਾ ਆ ਗਿਆ ਹੈ ਜੋ ਅੰਮ੍ਰਿਤ ਦੇਣ ਵਾਲਾ ਹੈ। ਅੰਮ੍ਰਿਤ ਦਾ ਭਾਵ ਇਹ ਜੇ जो कदी मरण नहीं देंदा। सतगुरु आखदे, विख्या भयंत अमृतं। ਉਹਦੇ ਲਈ ਬਿਖ ਵੀ, ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ ਹੈ। ਭਾਵ ਦੁਨੀਆ ਦੀ ਸਾਰੀ ਨਕਾਰਾਤਮਕਤਾ ਉਹਦੇ ਲਈ ਮਰ ਜਾਂਦੀ ਹੈ। ਆਤਮਕ ਮੌਤ ਉਹਦੇ ਲਈ ਮਰ ਜਾਂਦੀ ਹੈ, ਉਹਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਇੱਕ ਸ਼ਬਦ ਵਰਤ ਦੇਵਾਂ, ਮਾਇਆ ਉਹਦੇ ਲਈ ਹੁਣ ਅੰਮ੍ਰਿਤ ਬਣ ਚੁੱਕੀ ਹੈ। ਮਾਇਆ ਰੂਪੀ ਜ਼ਹਿਰ ਵੀ ਉਹਦੇ ਲਈ ਅੰਮ੍ਰਿਤ ਹੋ ਗਈ ਹੈ। ਦ੍ਰਿਸ਼ਟਾ ਸਖਾ ਸਵਜਨ ਹੈ। ਤੇ ਜਿਹੜੇ ਉਹਦੇ ਦੋਖੀ ਹਨ ਉਹ ਵੀ ਉਹਦੇ ਕਰੀਬੀ ਰਿਸ਼ਤੇਦਾਰ ਬਣ ਜਾਂਦੇ ਹਨ। ਉਹਦਾ ਵਿਰੋਧ ਕਰਨ ਵਾਲੇ ਵੀ ਹੁਣ ਉਹਦੇ ਹਾਂ ਵਿੱਚ ਹਾਂ ਮਿਲਾਣ ਲੱਗ ਪੈਂਦੇ ਹਨ, ਭਾਵ ਉਹਦੀ ਸਹਾਇਤਾ ਕਰਨ ਲੱਗ ਪੈਂਦੇ ਹਨ। ਦੁਖੰ ਭਯੰਤ ਸੁਖਯੰ ਭੈ ਭੀਤੰ ਤਾਂ ਨਿਰਭੈ ਹੈ। ਸਤਿਗੁਰੂ ਜੀ ਅੱਗੇ ਸਮਝਾ ਰਹੇ ਹਨ ਕਿ ਦੁਖੰ ਭਯੰਤ ਸੁਖਯੰ, ਦੁੱਖ ਵੀ ਉਹਦੇ ਲਈ ਸੁਖ ਬਣ ਜਾਂਦੇ ਹਨ। ਭਾਵ ਦੁੱਖ ਭਾਵੇਂ ਸੰਸਾਰ ਦੇ ਵਿੱਚ ਵਿਆਪ ਰਿਹਾ ਹੈ,
ਲੇਕਿਨ ਦੁੱਖ ਹੁਣ ਆਪਣਾ ਪ੍ਰਭਾਵ ਨਹੀਂ ਪਾ ਸਕੇਗਾ। ਦੁੱਖ ਹੈ ਤੇ ਸਹੀ, ਲੇਕਿਨ ਇਹਦੀ ਬਿਰਤੀ ਬਦਲ ਚੁੱਕੀ ਹੈ। ਦੁੱਖ ਔਰ ਸੁੱਖ ਦੋਨਾਂ ਦੇ ਵਿੱਚ ਇਹਨੂੰ ਪਰਮਾਤਮਾ ਦਿਸਣ ਲੱਗ ਪਿਆ। ਭੈ ਭੀਤੰ ਤਾਂ ਨਿਰਭੈ ਹੈ। ਜੇ ਉਹ ਅਨੇਕਾਂ ਡਰਾਂ ਨਾਲ ਕਦੀ ਡਰਦਾ ਸੀ, ਸਹਿਮਿਆ ਰਹਿੰਦਾ ਸੀ, ਤਾਂ ਹੁਣ ਪਰਮਾਤਮਾ ਨੂੰ ਸਰਬ ਵਿਆਪਕ ਜਾਣਨ ਕਰਕੇ ਉਹ ਨਿਡਰ ਹੋ ਗਿਆ ਹੈ। ਭੈਰੋ ਰਾਗ ਅੰਦਰ ਗੁਰੂ ਅਰਜੁਨ ਦੇਵ ਜੀ ਨੇ ਇਸ ਅਵਸਥਾ ਦਾ ਇੱਕ ਸ਼ਬਦ ਉਚਾਰਨ ਕੀਤਾ। ਸਤਿਗੁਰੂ ਜੀ ਆਖਦੇ, ਕਹਿੰਦੇ, ਊਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝਿਆ। ਹੁਣ ਡਰ ਨਹੀਂ ਲੱਗਦਾ ਜਦੋਂ ਇਹ ਗੱਲ ਸਮਝ ਆ ਗਈ ਕਿ ਰਾਖਾ ਏਕ ਹਮਾਰਾ ਸੁਆਮੀ, ਸਗਲ ਕਟਾਂਕਾ ਅੰਤਰ ਜਾਮੀ। ਫਿਰ ਸਤਿਗੁਰੂ ਜੀ ਸਮਝਾਣਗੇ, ਸੋਏ ਚਿੰਤਾ ਜਾਗ ਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਇਸ ਅਵਸਥਾ ਤੇ ਉਹ ਪਹੁੰਚ ਜਾਂਦਾ ਹੈ ਜਦੋਂ ਉਹ ਪਰਮਾਤਮਾ ਨੂੰ ਹਰ ਥਾਂ ਮਹਿਸੂਸ ਕਰਨ ਲੱਗ ਪਵੇ। ਉਹਦਾ ਜੀਵਨ ਨਕਾਰਾਤਮਕਤਾ ਤੋਂ, ਨੈਗੇਟਿਵਿਟੀ ਚੋਂ ਨਿਕਲ ਕੇ ਪੋਜ਼ਿਟਿਵਿਟੀ ਭਾਵ ਸਕਾਰਾਤਮਕ ਮਾਰਗ ਦੇ ਉੱਤੇ ਤੁਰਨ ਲੱਗ ਪੈਂਦਾ ਹੈ। ਥਾਨ ਬਿਹੂਨ ਬਿਸ਼ਰਾਮ ਨਾਮੰ, ਨਾਨਕ ਕਿਰਪਾਲ ਹਰ ਹਰ ਗੁਰ ਹੈ। ਸਤਿਗੁਰੂ ਜੀ ਆਖਦੇ, ਕਹਿੰਦੇ, ਥਾਨ ਬਿਹੂਨ, ਕਿਸੇ ਥਾਂ ਤੋਂ ਵਾਂਝਾ ਭਾਵ ਅਨੇਕਾਂ ਜੂਨਾਂ ਵਿੱਚ ਭਟਕਣ ਵਾਲਾ, ਜਿਹਨੂੰ ਹਲੇ ਆਪਣਾ ਨਿੱਜ ਘਰ ਨਹੀਂ ਸੀ ਮਿਲਿਆ। ਜਿਵੇਂ ਕੋਈ ਮਨੁੱਖ ਅੱਜ ਇੱਕ ਘਰ ਵਿੱਚ, ਕੱਲ੍ਹ ਦੂਜੇ ਘਰ ਵਿੱਚ, ਪਰਸੋਂ ਤੀਜੇ ਘਰ ਵਿੱਚ। ਆਖ ਦਿੰਦੇ ਹਨ ਲੋਕ ਕਿ ਇਹਦਾ ਥਾਂ ਟਿਕਾਣਾ ਨਹੀਂ। ਇਸ ਜਿੰਦ ਨੂੰ ਜਦ ਤੱਕ ਸਰੀਰ ਮਿਲ ਰਹੇ ਹਨ ਤੇ ਪਰਮਾਤਮਾ ਦੇ ਚਰਨ ਨਹੀਂ ਮਿਲਦੇ, ਸੱਚ ਜਾਣਨਾ ਸਾਡੀ ਜਿੰਦ ਵੀ ਥਾਨ ਬਿਹੂਨ ਹੈ। ਭਾਵ ਇਸ ਜਿੰਦ ਦੇ ਕੋਲ ਆਪਣਾ ਘਰ ਨਹੀਂ। ਆਪਣਾ ਘਰ ਤੇ ਜਿੰਦ ਦਾ ਪਰਮਾਤਮਾ ਦੇ ਚਰਨ ਕਮਲ ਹਨ। ਸਤਿਗੁਰੂ ਜੀ ਆਖਦੇ, ਕਹਿੰਦੇ, ਜੋ ਥਾਨ ਬਿਹੂਨ ਹੈ ਭਾਵ ਅਨੇਕਾਂ ਜੂਨਾਂ ਵਿੱਚ ਭਟਕਣ ਵਾਲੇ ਇਸ ਜੀਵ ਨੂੰ ਪਰਮਾਤਮਾ ਦੇ ਨਾਮ ਦਾ ਸਹਾਰਾ ਮਿਲ ਜਾਂਦਾ ਹੈ। ਬਿਸ਼ਰਾਮ ਨਾਮੰ, ਨਾਮ ਦਾ ਬਿਸ਼ਰਾਮ ਮਿਲ ਜਾਂਦਾ ਹੈ, ਨਾਮ ਦਾ ਸਹਾਰਾ ਮਿਲ ਜਾਂਦਾ ਹੈ। ਨਾਨਕ ਕਿਰਪਾਲ ਹਰ ਹਰ ਗੁਰ ਹੈ, ਜਿਸ ਦੇ ਉੱਤੇ ਹੈ ਨਾਨਕ ਉਸ ਹਰੀ ਪਰਮਾਤਮਾ ਦਾ ਰੂਪ ਸਤਿਗੁਰੂ ਆਪ ਕਿਰਪਾਲੂ ਹੋ ਜਾਵੇ। ਇਹਨੂੰ ਕਹਿੰਦੇ ਗੁਰ ਪ੍ਰਸਾਦ। ਜਿਹਦੇ ਉੱਤੇ ਗੁਰੂ ਦਾ ਪ੍ਰਸਾਦ ਵਰਤ ਜਾਵੇ ਉਹ ਫਿਰ ਨਿਆਸਰਾ ਨਹੀਂ ਰਹਿੰਦਾ, ਉਹਦੀ ਜਿੰਦ ਨੂੰ ਪਰਮਾਤਮਾ ਦੇ ਚਰਨਾਂ ਰੂਪੀ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ। ਅਗਲਾ ਸ਼ਲੋਕ ਸਤਿਗੁਰੂ ਸਮਝਾਉਣਗੇ, ਸਰਬ ਸੀਲ ਮਮੰ ਸੀਲੰ, ਸਰਬ ਪਾਵਨ ਮਮ ਪਾਵਨ ਹੈ। ਜੋ ਪਰਮਾਤਮਾ ਸਰਬ ਸੀਲ, ਸਾਰਿਆਂ ਨੂੰ ਸੀਲ ਭਾਵ ਸ਼ਾਂਤੀ ਦੇਣ ਵਾਲਾ ਹੈ। ਮਮੰ ਸੀਲੰ, ਮੈਨੂੰ ਵੀ ਉਹੀ ਪਰਮਾਤਮਾ ਸ਼ਾਂਤੀ ਦਿੰਦਾ ਹੈ। ਭਾਵ ਸ਼ਾਂਤੀ ਦੇਣ ਵਾਲਾ ਉਹ ਪਰਮਾਤਮਾ ਹੈ ਜਿਹੜਾ ਸਾਰੇ ਜਗਤ ਨੂੰ ਸ਼ਾਂਤ ਕਰ ਰਿਹਾ ਹੈ। ਸਰਬ ਪਾਵਨ ਮਮ ਪਾਵਨ ਹੈ, ਜੋ ਪਰਮਾਤਮਾ ਸਾਰਿਆਂ ਨੂੰ ਪਵਿੱਤਰ ਕਰਦਾ ਹੈ। ਗੁਰੂ ਅਰਜੁਨ ਦੇਵ ਜੀ ਆਖਦੇ ਕਿ ਮੇਰੇ ਜੀਵਨ ਨੂੰ ਵੀ ਪਵਿੱਤਰ ਕਰਨ ਵਾਲਾ ਉਹੀ ਪਰਮਾਤਮਾ ਹੈ। ਸਰਬ ਕਰਤਬ ਮਮੰ ਕਰਤਾ, ਨਾਨਕ ਲੇਪ ਛੇਪ ਨਾ ਲਿਪਯਤੇ। ਜੋ ਪਰਮਾਤਮਾ ਸਾਰੇ ਜੀਵਾਂ ਨੂੰ ਰਚਣ ਦੇ ਸਮਰੱਥ ਹੈ। ਸਰਬ ਕਰਤਬ, ਕਰਤਬ ਦਾ ਭਾਵ ਜੇ ਕਰਤਾ, ਕਰਨ ਯੋਗ। ਕਰਤਬ ਕਿਧਰੇ ਕਿਧਰੇ ਗੁਰੂ ਗ੍ਰੰਥ ਸਾਹਿਬ 'ਚ ਪਰਮਾਤਮਾ ਦੇ ਕੌਤਕਾਂ ਲਈ ਵੀ ਆਇਆ ਹੈ। ਇੱਥੇ ਅਰਥ ਲਿਆ ਜਾਵੇਗਾ ਕਿ ਜੋ ਪਰਮਾਤਮਾ ਸਾਰੇ ਜੀਵਾਂ ਨੂੰ ਰਚਣ ਦੇ ਸਮਰੱਥ ਹੈ, ਸਾਰੇ ਜੀਵਾਂ ਦਾ ਰਚਨਹਾਰ ਹੈ। ਮਮੰ ਕਰਤਾ, ਮੇਰਾ ਕਰਤਾ ਵੀ ਉਹੀ ਹੈ। ਨਾਨਕ ਲੇਪ ਛੇਪ ਨ ਲਿਪਯਤੇ। ਸਤਿਗੁਰੂ ਆਖਦੇ, ਹੈ ਨਾਨਕ, ਉਸ ਪਰਮਾਤਮਾ ਨੂੰ ਵਿਕਾਰਾਂ ਦੇ ਪੋਚੇ ਨਾਲ ਕੋਈ ਪ੍ਰਭਾਵ ਨਹੀਂ ਪੈਂਦਾ। ਉਹ ਪਰਮਾਤਮਾ ਵਿਕਾਰਾਂ ਦੇ ਪੋਚੇ ਤੋਂ ਬਚ ਜਾਂਦਾ ਹੈ। ਉਹਦੇ ਉੱਤੇ ਵਿਕਾਰਾਂ ਦਾ ਕਿਸੇ ਪ੍ਰਕਾਰ ਦਾ ਪ੍ਰਭਾਵ ਨਹੀਂ ਪੈਂਦਾ। ਤਾਂ ਹੀ ਤੇ ਉਸ ਨੂੰ ਨਿਰੰਜਨ ਕਿਹਾ ਗਿਆ ਹੈ। ਪਰਮਾਤਮਾ ਨਿਰੰਜਨ ਹੈ, ਅਰਥਾਤ ਉਸ ਪਰਮਾਤਮਾ ਦੇ ਉੱਤੇ ਕਿਸੇ ਪ੍ਰਕਾਰ ਦਾ ਵਿਕਾਰਾਂ ਦਾ ਪ੍ਰਭਾਵ, ਮਾਇਆ ਦੀ ਕਾਲਖ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਨਹ ਸੀਤਲੰ ਚੰਦਰ ਦੇਵ ਹੈ, ਨਹ ਸੀਤਲੰ ਬਾਵਨ ਚੰਦਨ ਹੈ। ਸਤਿਗੁਰੂ ਜੀ ਅਗਲੇ ਸ਼ਲੋਕ ਵਿੱਚ ਸਮਝਾਉਂਦੇ ਹਨ ਕਿ ਮਨੁੱਖ ਸ਼ਾਂਤੀ ਪ੍ਰਾਪਤ ਕਰਨ ਵਾਸਤੇ, ਸ਼ੀਤਲਤਾ ਪ੍ਰਾਪਤ ਕਰਨ ਵਾਸਤੇ ਕਈ ਉਪਰਾਲੇ ਕਰਦਾ ਹੈ।
ਤੁਸੀਂ ਵੇਖੋ, ਜੇ ਸੂਰਜ ਤਪ ਰਿਹਾ ਹੈ, ਸੂਰਜ ਨੂੰ ਤਪਸ਼ ਦਾ ਘਰ ਮੰਨਿਆ ਗਿਆ ਹੈ ਤੇ ਚੰਦਰਮਾ ਨੂੰ ਸ਼ੀਤਲਤਾ ਦਾ ਘਰ ਮੰਨਿਆ ਗਿਆ ਹੈ। ਇੱਥੋਂ ਤੱਕ ਚੰਦਰਮਾ ਦਾ ਇੱਕ ਨਾਮ ਹਿਮਕਰ ਵੀ ਹੈ, ਹਿਮਕਰ, ਬਰਫ਼ ਵਰਗਾ ਠੰਡਾ। ਸਤਿਗੁਰੂ ਜੀ ਆਖਦੇ, ਕਹਿੰਦੇ ਮਨੁੱਖ ਸ਼ੀਤਲਤਾ ਪ੍ਰਾਪਤ ਕਰਨ ਦੇ ਵਾਸਤੇ ਜੇ ਚੰਦਰਮਾ ਦੀ ਰੌਸ਼ਨੀ ਦੇ ਵਿੱਚ ਜਾ ਕੇ ਬੈਠ ਜਾਵੇ, ਚਾਂਦਣੀ ਰਾਤ ਜਿਸ ਵੇਲੇ ਚੰਦਰਮਾ ਦੀ ਰੌਸ਼ਨੀ ਖਿਲਰੀ ਹੋਈ ਹੈ, ਤੇ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਮਨੁੱਖ ਇਸ ਰਾਤ ਦੇ ਵਿੱਚ ਬਾਹਰ ਨਿਕਲਦੇ ਹਨ ਤਾਂ ਕਿ ਉਹ ਸ਼ੀਤਲ ਹੋ ਜਾਣ। ਪਰ ਪਾਤਸ਼ਾਹ ਆਖਦੇ, ਕਹਿੰਦੇ ਚੰਦਰਮਾ ਵੀ ਉਤਨੀ ਠੰਡ ਪਹੁੰਚਾਉਣ ਵਾਲਾ ਨਹੀਂ। ਨਹ ਸੀਤਲੰ ਚੰਦਰ ਦੇਵ ਹੈ, ਚੰਦਰ ਦੇਵਤਾ ਵੀ ਉਹ ਸ਼ੀਤਲਤਾ ਨਹੀਂ ਪਹੁੰਚਾ ਸਕਦਾ। ਨਹ ਸੀਤਲੰ ਬਾਵਨ ਚੰਦਨ ਹੈ, ਨਾਹੀ ਬਾਵਨ ਚੰਦਨ ਭਾਵ ਸਫੇਦ ਰੰਗ ਦਾ ਚੰਦਨ। ਹੁਣ ਕਈਆਂ ਨੇ ਬਾਵਨ ਚੰਦਨ ਦੇ ਅਰਥ ਇੰਜ ਵੀ ਕੀਤੇ ਹਨ, 52 ਉਂਗਲਾਂ ਜਿਤਨੀ ਜਿਹਦੀ ਹਾਈਟ ਹੈ, ਕੇਵਲ 52 ਉਂਗਲਾਂ ਜਿਤਨੀ ਹਾਈਟ, ਬੌਨੇ ਕੱਦ ਦਾ ਚੰਦਨ। ਚੰਦਨ ਵੀ ਉਤਨੀ ਸ਼ੀਤਲਤਾ ਦੇਣ ਵਾਲਾ ਨਹੀਂ। ਆਯੁਰਵੈਦਿਕ ਗ੍ਰੰਥ ਪੜ੍ਹੀਏ ਤੇ ਉਹਨਾਂ ਗ੍ਰੰਥਾਂ ਦੇ ਵਿੱਚ ਚੰਦਨ ਦੀ ਜਿਹੜੀ ਤਾਸੀਰ ਹੈ ਉਹ ਸਰਦ ਤਰ ਲਿਖੀ ਗਈ ਹੈ, ਭਾਵ ਸ਼ੀਤਲਤਾ ਦੇਣ ਵਾਲਾ ਹੈ ਔਰ ਤਰ ਹੈ ਇਹਦੀ ਤਾਸੀਰ। ਪਰ ਸਤਿਗੁਰੂ ਆਖਦੇ, ਕਹਿੰਦੇ ਚੰਦਨ ਵੀ ਉਤਨੀ ਸ਼ੀਤਲਤਾ, ਉਤਨੀ ਠੰਡਕ ਨਹੀਂ ਪਹੁੰਚਾ ਸਕੇਗਾ। ਨਹ ਸੀਤਲੰ ਸੀਤ ਰੁਤੇਣ, ਸਰਦੀਆਂ ਵੀ ਉਤਨੀ ਸ਼ੀਤਲਤਾ ਨਹੀਂ ਦੇ ਸਕਦੀਆਂ, ਸਰੀਰ ਨੂੰ ਤੇ ਠਾਰ ਦੇਣਗੀਆਂ। ਸਰਦੀ ਦਾ ਸਮਾਂ, ਸਰਦੀ ਦੀ ਰੁੱਤ ਸਰੀਰ ਨੂੰ ਤੇ ਜਮਾ ਦੇਵੇਗੀ, ਪਰ ਆਪ ਵੇਖੋ ਚੰਦਰਮਾ ਮਨ ਨੂੰ ਠੰਡਾ ਨਹੀਂ ਕਰ ਸਕਦਾ, ਚੰਦਨ ਮਨ ਨੂੰ ਠੰਡਾ ਨਹੀਂ ਕਰ ਸਕਦਾ। ਸਰਦੀ ਕਿਤਨੀ ਵੀ ਵਾਰ ਕੜਾਕੇ ਦੀ ਠੰਡ ਪੈ ਰਹੀ ਹੋਵੇ, ਕੜਾਕੇ ਦੀ ਠੰਡ ਵਿੱਚ ਵੀ ਮਨੁੱਖ ਦਾ ਮਨ ਤੇ ਤਪਦਾ ਹੀ ਹੈ ਨਾ। ਇਸ ਕਰਕੇ ਸਤਿਗੁਰੂ ਕਹਿੰਦੇ ਕਿ ਫਿਰ ਸ਼ੀਤਲਤਾ ਮਿਲੇਗੀ ਕਿੱਥੋਂ, ਜੋ ਅੰਦਰ ਨੂੰ ਸ਼ੀਤਲ ਕਰੇਗੀ। ਨਾਨਕ ਸੀਤਲੰ ਸਾਧ ਸਵਜਨ ਹੈ, हे ਨਾਨਕ ਅਸਲ ਸ਼ੀਤਲਤਾ ਗੁਰਮੁਖਾਂ ਦੀ ਸੰਗਤ ਵਿੱਚ ਪ੍ਰਾਪਤ ਹੁੰਦੀ ਹੈ, ਭਾਵ ਸਤਿਪੁਰਸ਼ਾਂ ਦੀ ਸੰਗਤ ਦੇ ਵਿੱਚ ਆ ਕੇ ਉਹਨਾਂ ਦੇ ਕੋਲੋਂ ਅੰਦਰ ਦੀ ਸ਼ੀਤਲਤਾ ਮਿਲ ਜਾਂਦੀ ਹੈ। ਇਹ ਸ਼ੀਤਲਤਾ ਜਿਹਨੂੰ ਮਿਲ ਗਈ, ਗੁਰਦੇਵ ਜੀ ਆਖਦੇ, ਕਹਿੰਦੇ ਹੁਣ ਬਾਹਰ ਭਾਵੇਂ ਵਿਕਾਰਾਂ ਦੀ ਕਿਤਨੀ ਵੀ ਤਪਸ਼ ਕਿਉਂ ਨਾ ਹੋਵੇ, ਉਹ ਅੰਦਰੋਂ ਕਦੀ ਤਪਦਾ ਨਹੀਂ, ਅੰਦਰੋਂ ਉਹ ਠੰਡਾ ਠਾਰ ਰਹਿੰਦਾ ਹੈ। ਇਹ ਸ਼ੀਤਲਤਾ ਗੁਰੂ ਅਰਜੁਨ ਦੇਵ ਜੀ ਦੇ ਕੋਲ ਸੀ, ਜਿਹੜੇ ਸਤਿਗੁਰੂ ਜੀ ਤਤੀ ਤਵੀ ਤੇ ਬੈਠ ਕੇ ਵੀ ਆਖਦੇ ਹਨ, ਤੇਰਾ ਕੀਆ ਮਿੱਠਾ ਲਾਗੇ। ਇਹ ਸ਼ੀਤਲਤਾ ਸੀ ਉਹਨਾਂ ਦੇ ਕੋਲ, ਭਾਵ ਅੰਦਰ ਦੀ ਸ਼ੀਤਲਤਾ ਗੁਰਮੁਖਾਂ ਦੀ ਸੰਗਤ ਵਿੱਚ ਮਿਲਦੀ ਹੈ, ਪ੍ਰਮਾਤਮਾ ਦੇ ਨਾਮ ਰਾਹੀਂ ਮਿਲਦੀ ਹੈ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ। ਇਸ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ, 6 ਲੱਛਣ ਦੱਸੇ ਗਏ ਹਨ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਪੂਰਾ ਮੁਕੰਮਲ ਇਨਸਾਨ ਕਿਹਾ ਜਾ ਸਕਦਾ ਹੈ। ਗੁਰਬਾਣੀ ਚੋਂ ਪੁੱਛੀਏ, ਪਾਤਸ਼ਾਹ ਜੀ ਪੂਰਨ ਪੁਰਖ ਦੀ ਨਿਸ਼ਾਨੀ ਕੀ ਹੈ? ਕਿਵੇਂ ਪਤਾ ਲੱਗੇਗਾ ਕਿ ਕੋਈ ਮਨੁੱਖ ਭਗਤੀ ਕਰਦੇ ਹੋਏ ਉਤੀਰਨ ਹੋ ਗਿਆ ਹੈ, ਉਹਦੇ ਅੰਦਰ ਸੰਪੰਨਤਾ ਆ ਗਈ, ਸੰਪੂਰਨਤਾ ਆ ਗਈ? ਸਤਿਗੁਰੂ ਉਹਦਾ ਪਹਿਲਾ ਲੱਛਣ ਦੱਸਦੇ ਹਨ, ਮੰਤਰੰ ਰਾਮ ਰਾਮ ਨਾਮੰ, ਪਰਮਾਤਮਾ ਦਾ ਨਾਮ ਉਹ ਆਪਣੇ ਮੂੰਹ ਦੇ ਨਾਲ, ਭਾਵ ਆਪਣੀ ਜੀਭ ਦੇ ਨਾਲ ਜਪੇਗਾ, ਭਾਵ ਉਹਦੀ ਰਸਨਾ ਤੇ ਪਰਮਾਤਮਾ ਦਾ ਨਾਮ ਪ੍ਰਗਟ ਹੋ ਜਾਵੇਗਾ, ਰਸਨਾ ਤੋਂ ਉਹ ਪਰਮਾਤਮਾ ਦਾ ਨਾਮ ਜਪੇਗਾ। ਇਹ ਪਹਿਲਾ ਲੱਛਣ। ਧਿਆਨੰ ਸਰਬਤਰ ਪੂਰਨ ਹੈ, ਤੇ ਉਸ ਨੂੰ ਸਰਬ ਵਿਆਪਕ ਜਾਣ ਕੇ ਉਹਦੇ ਵਿੱਚ ਸੁਰਤ ਜੋੜੇਗਾ। ਉਸ ਪਰਮਾਤਮਾ ਨੂੰ ਸਰਬ ਵਿਆਪਕ ਜਾਣ ਕੇ ਉਸ ਪਰਮਾਤਮਾ ਵਿੱਚ ਧਿਆਨ ਟਿਕਾਏਗਾ, ਕੇਵਲ ਜਪੇਗਾ ਨਹੀਂ, ਜਿਹਨੂੰ ਜਪ ਰਿਹਾ ਹੈ ਉਹਦੇ ਵਿੱਚ ਆਪਣੀ ਸੁਰਤ, ਆਪਣਾ ਧਿਆਨ ਵੀ ਟਿਕਾਣ ਦਾ ਯਤਨ ਕਰੇਗਾ, ਟਿਕਾਈ ਲਵੇਗਾ। ਗਿਆਨੰ ਸਮ ਦੁੱਖ ਸੁਖੰ, ਸੁੱਖਾਂ ਅਤੇ ਦੁੱਖਾਂ ਨੂੰ ਇੱਕੋ ਜਿਹਾ ਸਮਝੇਗਾ। ਦੁੱਖ ਵਿੱਚ ਆਤੁਰ ਨਹੀਂ ਹੋਵੇਗਾ, ਸੁੱਖ ਵਿੱਚ ਆਪਣੇ ਆਪੇ ਤੋਂ ਬਾਹਰ ਨਹੀਂ ਹੋਵੇਗਾ। ਦੁੱਖ ਔਰ ਸੁੱਖ ਦੋਵੇਂ ਸਮ ਹੋ ਜਾਣਗੇ।
ਸੁਖ ਵਿੱਚ ਆਫਰੇਗਾ ਨਹੀਂ, ਦੁੱਖ ਵਿੱਚ ਹਾਰੇਗਾ ਨਹੀਂ। ਦੋਵੇਂ ਹਾਲਤਾਂ ਦੇ ਵਿੱਚ ਸਮ ਹੋ ਗਿਆ। ਗਿਆਨੰ ਸਮ ਦੁੱਖ ਸੁਖੰ, ਉਹਨੂੰ ਗਿਆਨ ਆ ਗਿਆ ਕਿ ਦੁੱਖ ਔਰ ਸੁਖ ਦੋਵੇਂ ਸਮ ਹਨ। ਇਹ ਤੇ ਮੇਰਾ ਨਜ਼ਰੀਆ ਸਨ ਕੇਵਲ। ਜੁਗਤ ਨਿਰਮਲ ਨਿਰਵੈਰਣ ਹੈ, ਅਤੇ ਪਵਿੱਤਰ ਔਰ ਵੈਰ ਰਹਿਤ ਜੀਵਨ ਜੁਗਤੀ ਉਹਦੇ ਕੋਲ ਆ ਜਾਵੇਗੀ। ਜ਼ਿੰਦਗੀ 'ਚ ਪਵਿੱਤਰਤਾ ਵੀ ਔਰ ਜੀਵਨ ਵਿੱਚ ਸਭ ਦੇ ਲਈ ਪਿਆਰ ਭਾਵ, ਕਿਸੇ ਦੇ ਨਾਲ ਵੀ ਵੈਰ ਨਹੀਂ ਹੋਵੇਗਾ। ਦਇਆਲੰ ਸਰਬੱਤਰ ਜੀਆਂ, ਸਾਰੇ ਜੀਵਾਂ ਦੇ ਪ੍ਰਤੀ ਉਹਦੇ ਅੰਦਰ ਤਰਸ ਆਵੇਗਾ, ਹਮਦਰਦੀ ਆਵੇਗੀ, ਦਇਆ ਆ ਜਾਵੇਗੀ। ਪੰਚ ਦੋਖ ਵਿਵਰਜਿਤ ਹੈ, ਅਤੇ ਪੰਜੇ ਕਾਮਾਦਿਕਾਂ ਨੂੰ ਉਹ ਆਪਣੇ ਜੀਵਨ ਵਿੱਚ ਵਰਜਿਤ ਕਰ ਲਵੇਗਾ, ਭਾਵ ਉਹਨਾਂ ਤੋਂ ਬਚੇਗਾ, ਬਚ ਕੇ ਰਹੇਗਾ। ਭੋਜਨੰ ਗੋਪਾਲ ਕੀਰਤਨੰ, ਪਰਮਾਤਮਾ ਦਾ ਕੀਰਤਨ ਹੀ ਉਹਦਾ ਭੋਜਨ ਬਣ ਜਾਵੇਗਾ, ਭਾਵ ਉਹਦੇ ਮਨ, ਉਹਦੀ ਆਤਮਾ ਦੀ ਖੁਰਾਕ ਰੱਬ ਦੀ ਸਿਫਤ ਸਲਾਹ ਬਣ ਜਾਵੇਗੀ। ਅਲਪ ਮਾਇਆ ਜਲ ਕਮਲ ਰਹਿਤ ਹੈ, ਤੇ ਸਤਿਗੁਰੂ ਆਖਦੇ ਕਹਿੰਦੇ ਮਾਇਆ ਤੋਂ ਇੰਜ ਨਿਰਲੇਪ ਰਵੇਗਾ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ, ਪਾਣੀ ਦੇ ਵਿੱਚ ਹੈ ਤੇ ਸਹੀ, ਲੇਕਿਨ ਜੈਸੇ ਜਲ ਮੈਂ ਕਮਲ ਨਿਰਾਲਮ ਨਿਰਲੇਪ ਹੈ। ਕਮਲ ਦੇ ਉੱਤੇ ਚਿੱਕੜ ਦਾ ਕੋਈ ਪ੍ਰਭਾਵ ਨਹੀਂ ਹੈ, ਚਿੱਕੜ ਵਿੱਚ ਹੀ, ਲੇਕਿਨ ਚਿੱਕੜ ਤੋਂ ਨਿਰਲੇਪ ਹੈ। ਉਪਦੇਸ਼ੰ ਸਮ ਮਿੱਤਰ ਛਤਰ ਹੈ, ਭਗਵੰਤ ਭਗਤ ਭਾਵਨੀ, ਵੈਰੀਆਂ ਨੂੰ ਤੇ ਸੱਜਣਾ ਨੂੰ, ਸ਼ਤਰੂ ਔਰ ਮਿੱਤਰ ਇਹਨਾਂ ਸਾਰਿਆਂ ਦੇ ਪ੍ਰਤੀ ਉਹਦਾ ਇੱਕੋ ਜਿਹਾ ਹੀ ਉਪਦੇਸ਼ ਹੋਵੇਗਾ, ਭਾਵ ਸਾਰਿਆਂ ਨੂੰ ਇੱਕੋ ਜਿਹੀ ਪ੍ਰੇਮ ਭਾਵਨਾ ਨਾਲ ਉਹ ਸਿੱਖਿਆ ਦੇਣ ਵਾਲਾ ਬਣ ਜਾਵੇਗਾ। ਭਗਵੰਤ ਭਗਤ ਭਾਵਨੀ, ਤੇ ਪਰਮਾਤਮਾ ਦੀ ਭਗਤੀ ਦੇ ਵਿੱਚ ਉਹ ਪਿਆਰ ਬਣਾਵੇਗਾ, ਪਰਮਾਤਮਾ ਦੀ ਭਗਤੀ ਦੇ ਵਿੱਚ ਉਹ ਸਨੇਹ ਬਣਾਵੇਗਾ। ਪਰ ਨਿੰਦਾ ਨਹ ਸ਼ਰੋਤ ਸ਼ਰਵਣੰ, ਆਪ ਤਿਆਗ ਸਗਲ ਰੇਣੁਕ ਹੈ, ਪਰਾਈ ਨਿੰਦਾ ਆਪਣੇ ਸਰੋਤਾਂ ਦੇ ਨਾਲ, ਭਾਵ ਆਪਣੇ ਕੰਨਾਂ ਦੇ ਨਾਲ ਕਦੀ ਵੀ ਨਹੀਂ ਸੁਣੇਗਾ, ਸਗੋਂ ਆਪਣੇ ਆਪੇ ਭਾਵ ਨੂੰ ਤਿਆਗ ਕੇ ਸਾਰਿਆਂ ਦੇ ਚਰਨਾਂ ਦੀ ਰੇਣੁਕ ਹੈ, ਚਰਨਾਂ ਦੀ ਧੂੜ ਬਣ ਜਾਵੇਗਾ। ਇਹ 6 ਲੱਛਣ ਜਿਸ ਮਨੁੱਖ ਦੇ ਅੰਦਰ ਆਉਣ, ਸਤਿਗੁਰੂ ਆਖਦੇ ਹਨ ਖਟ ਲਖਣ ਪੂਰਨੰ ਪੁਰਖ ਹੈ, ਨਾਨਕ ਨਾਮ ਸਾਧ ਸਵਜਨ ਹੈ। ਹੇ ਨਾਨਕ, ਪੂਰਨ ਪੁਰਖਾਂ ਦੇ ਵਿੱਚ ਇਹ 6 ਲੱਛਣ ਹੁੰਦੇ ਹਨ। ਖਟ ਦਾ ਅਰਥ ਖਟ ਸ਼ਾਸਤਰ ਜਿਵੇਂ ਪੜ੍ਹਦੇ ਹਾਂ 6 ਵਾਸਤੇ ਆਇਆ ਹੈ। ਖਟ ਲਖਣ ਪੂਰਨੰਗ ਪੁਰਖ ਹੈ, ਪੂਰਨ ਪੁਰਖਾਂ ਦੇ ਵਿੱਚ ਇਹ 6 ਲੱਛਣ ਹੁੰਦੇ ਹਨ। ਨਾਨਕ ਨਾਮ ਸਾਧ ਸਵਜਨ ਹੈ, ਉਹਨਾਂ ਨੂੰ ਹੀ ਸਾਧੂ ਔਰ ਗੁਰਮੁਖ ਆਖਣਾ ਚਾਹੀਦਾ ਹੈ, ਭਾਵ ਸ੍ਰੇਸ਼ਟ ਪੁਰਸ਼, ਪੂਰਨ ਪੁਰਖ, ਗੁਰਮੁਖ, ਸਾਧੂ, ਸੰਤ ਉਹੀ ਹਨ ਜਿਨ੍ਹਾਂ ਦੇ ਅੰਦਰ ਇਹ 6 ਲੱਛਣ ਹੁੰਦੇ ਹਨ। ਅਜਾ ਭੋਗੰਤ ਕੰਦ ਮੂਲੰ, ਬਸੰਤੇ ਸਮੀਪ ਕੇਹਰ ਹੈ। ਅਜਾ, ਇਹਨੂੰ ਅਜਾ ਨਹੀਂ ਪੜ੍ਹਨਾ, ਅਜਾ। ਅਜਾ ਦਾ ਭਾਵ ਹੈ ਬੱਕਰੀ। ਹੁਣ ਸਤਿਗੁਰੂ ਆਖਦੇ ਕਹਿੰਦੇ ਬੱਕਰੀ ਗਾਜਰ ਮੂਲੀ ਆਦਿਕ ਖਾ ਰਹੀ ਹੈ। ਅਜਾ ਭੋਗੰਤ ਕੰਦ ਮੂਲੰ, ਕੰਦ ਮੂਲੰ ਦਾ ਭਾਵ ਹੈ ਗਾਜਰ ਮੂਲੀ। ਬੱਕਰੀ ਗਾਜਰ ਮੂਲੀ ਖਾ ਰਹੀ ਹੈ, ਪਰ ਸ਼ੇਰ ਦੇ ਨੇੜੇ ਵਸ ਰਹੀ ਹੈ, ਭਾਵ ਖਾਣ ਵਾਸਤੇ ਉਹਦੇ ਕੋਲ ਖੁਰਾਕ ਦੀ ਕਮੀ ਨਹੀਂ, ਲੇਕਿਨ ਖਾ ਰਹੀ ਹੈ, ਲੇਕਿਨ ਕੋਲ ਸ਼ੇਰ ਖਲੋਤਾ ਹੋਇਆ ਹੈ। ਇਸੇ ਪ੍ਰਕਾਰ ਇਸ ਦ੍ਰਿਸ਼ਟਾਂਤ ਰਾਹੀਂ ਸਤਿਗੁਰੂ ਸਮਝਾਉਂਦੇ ਹਨ ਤਤਰ ਗਤੇ ਸੰਸਾਰ ਹੈ, ਨਾਨਕ ਸੋਗ ਹਰਖੰ ਵਿਆਪਤੇ। ਬਿਲਕੁਲ ਇਹੀ ਹਾਲ ਸੰਸਾਰ ਦਾ ਹੈ। ਜਗਤ ਨੂੰ ਖੁਸ਼ੀ ਤੇ ਗਮੀ ਦੋਹੇ ਵਿਆਪਦੇ ਹਨ, ਭਾਵ ਕਿ ਮਨੁੱਖ ਦੇ ਜੀਵਨ ਵਿੱਚ ਵੀ ਖਾਣ ਦੇ ਪਦਾਰਥਾਂ ਦੀ ਕਮੀ ਨਹੀਂ, ਲੇਕਿਨ ਨਾਲ ਹੀ ਨਾਲ ਸਤਿਗੁਰੂ ਆਖਦੇ ਕਹਿੰਦੇ ਹਰ ਵੇਲੇ ਮੌਤ ਦਾ ਡਰ ਵੀ, ਕਾਲ ਦਾ ਡਰ ਵੀ ਇਹਦੇ ਜ਼ਿਹਨ ਵਿੱਚ, ਇਹਦੇ ਮਨ ਵਿੱਚ ਟਿਕਿਆ ਰਹਿੰਦਾ ਹੈ। ਕਾਲ ਦਾ ਡਰ ਹਰ ਵੇਲੇ ਮੌਜੂਦ ਹੈ, ਉਂਝ ਭਾਵੇਂ ਪਦਾਰਥਾਂ ਦੀ ਕਮੀ ਨਾ ਹੋਵੇ। ਇਹੀ ਹਾਲਤ ਸੰਸਾਰ ਦੀ ਹੈ। ਜਿਵੇਂ ਇੱਕ ਬੱਕਰੀ ਖਾ ਤੇ ਰਹੀ ਹੈ ਰੱਜ ਕੇ, ਲੇਕਿਨ ਵਸ ਰਹੀ ਹੈ ਸ਼ੇਰ ਦੇ ਕੋਲ, ਕੋਈ ਪਤਾ ਨਹੀਂ ਸ਼ੇਰ ਕਿਸ ਵੇਲੇ ਉਹਨੂੰ ਆਪਣਾ ਨਿਵਾਲਾ ਬਣਾ ਲਵੇ। ਇਸੇ ਤਰ੍ਹਾਂ ਸੰਸਾਰ ਵਿੱਚ ਅਸੀਂ ਵਰਤ ਤੇ ਰਹੇ ਹਾਂ, ਲੇਕਿਨ ਕੋਈ ਪਤਾ ਨਹੀਂ ਮੌਤ ਰੂਪੀ ਸ਼ੇਰ ਕਿਸ ਵੇਲੇ ਆ ਕੇ ਸਾਨੂੰ
ਖਾ ਜਾਵੇ, ਸਾਨੂੰ ਆਪਣੀ ਗ੍ਰਾਹੀ ਬਣਾ ਲਵੇ। ਛਲੰ ਛਿਦਰੰ ਕੋਟ ਬਿਘਨੰ ਅਪਰਾਧੰ ਕਿਲ ਬਿਖ ਮਲੰ। ਛਲੰ ਛਿਦਰੰ ਦੂਜਿਆਂ ਨੂੰ ਧੋਖਾ ਦੇਣਾ। ਛਲ ਦਾ ਅਰਥ ਹੈ ਧੋਖਾ। ਛਲੰ ਧੋਖਾ, ਛਿਦਰ ਐਬ, ਛੇਦ ਜਿਹਨੂੰ ਆਖਦੇ ਹਨ। ਸਤਿਗੁਰੂ ਆਖਦੇ, ਕਹਿੰਦੇ ਦੂਜਿਆਂ ਨੂੰ ਧੋਖਾ ਦੇਣਾ, ਦੂਜਿਆਂ ਦੇ ਛਿਦਰ ਵੇਖਣੇ, ਐਬ ਫਰੋਲਣੇ। ਕੋਟ ਬਿਘਨੰ ਦੂਸਰਿਆਂ ਦੇ ਰਸਤਿਆਂ ਦੇ ਵਿੱਚ ਕਈ ਕਰੋੜ ਰੁਕਾਵਟਾਂ ਪਾਈ ਜਾਣੀਆਂ ਅਤੇ ਨਾਲ ਹੀ ਵਿਕਾਰ ਔਰ ਪਾਪ ਕਰੀ ਜਾਣੇ। ਕਿਲਬਿਖ ਮਲੰਗ ਵਿਕਾਰਾਂ ਵਾਲਾ ਜੀਵਨ ਜੀਵੀ ਜਾਣਾ, ਭਾਵ ਬੰਦਾ ਦੂਸਰਿਆਂ ਨੂੰ ਧੋਖਾ ਵੀ ਦੇ ਰਿਹਾ ਹੈ, ਦੂਜਿਆਂ ਦੇ ਐਬ ਵੀ ਵੇਖ ਰਿਹਾ ਹੈ, ਦੂਜਿਆਂ ਦੇ ਰਸਤੇ ਵਿੱਚ ਰੁਕਾਵਟਾਂ ਵੀ ਪਾ ਰਿਹਾ ਹੈ ਅਤੇ ਵਿਕਾਰ ਔਰ ਪਾਪ ਵੀ ਕਰ ਰਿਹਾ ਹੈ। ਭਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਿਤੰ। ਭਟਕਦਾ ਵੀ ਹੈ, ਮੋਹ ਵੀ ਹੈ। ਮਾਨ ਦਾ ਭਾਵ ਜੇ ਆਦਰ, ਇਹਨੂੰ ਮਾਨ, ਜਿਵੇਂ ਉਹਨੇ ਮੈਨੂੰ ਮਾਣ ਦਿੱਤਾ। ਅਪਮਾਨੰ ਨਿਰਾਦਰੀ ਅਤੇ ਮਦੰ ਮਾਇਆ ਵਿਆਪਿਤੰ ਹੰਕਾਰ। ਇਹਨਾਂ ਤਰੀਕਿਆਂ ਦੇ ਨਾਲ ਜਿਨ੍ਹਾਂ ਲੋਕਾਂ ਦੇ ਉੱਤੇ ਮਾਇਆ ਆਪਣਾ ਦਬਾਅ ਪਾਉਂਦੀ ਹੈ। ਬੜੀ ਸਰਲ ਵਿਆਖਿਆ ਸਤਿਗੁਰੂ ਨੇ ਕੀਤੀ। ਕਹਿੰਦੇ ਕਿਵੇਂ ਪਤਾ ਲੱਗੇ, ਜੇ ਪਿੱਛੇ ਕਿਹਾ ਸੀ ਨਾ ਕਿਵੇਂ ਪਤਾ ਲੱਗੇ ਕਿ ਕੋਈ ਮਨੁੱਖ ਪੂਰਾ ਪੁਰਖ ਹੈ, ਇੱਥੇ ਸਮਝਾਉਂਦੇ ਕਿਵੇਂ ਪਤਾ ਲੱਗੇ ਕਿ ਕੋਈ ਮਨੁੱਖ ਮਾਇਆਧਾਰੀ ਹੈ। ਮਾਇਆਧਾਰੀ ਦਾ ਅਰਥ ਸਿਰਫ ਇਤਨਾ ਨਹੀਂ ਜਿਹਦੀ ਜੇਬ ਵਿੱਚ ਪੈਸੇ ਹਨ, ਜਿਹਦੇ ਕੋਲ ਧਨ ਹੈ, ਸੰਪਦਾ ਹੈ, ਨਹੀਂ। ਸਤਿਗੁਰੂ ਕਹਿੰਦੇ ਜਿਹੜਾ ਦੂਜਿਆਂ ਨੂੰ ਧੋਖਾ ਦੇ ਰਿਹਾ ਹੈ ਉਹ ਵੀ ਮਾਇਆਧਾਰੀ ਹੈ। ਜਿਹੜਾ ਦੂਜਿਆਂ ਦੇ ਐਬ ਫਰੋਲ ਰਿਹਾ ਹੈ ਉਹ ਵੀ ਮਾਇਆਧਾਰੀ ਹੈ। ਜਿਹੜਾ ਦੂਜਿਆਂ ਦੇ ਰਸਤੇ ਦੇ ਵਿੱਚ ਰੁਕਾਵਟਾਂ ਪਾਉਂਦਾ ਹੈ ਉਹ ਵੀ ਮਾਇਆਧਾਰੀ ਹੈ। ਜਿਹੜਾ ਵਿਕਾਰ ਔਰ ਪਾਪ ਕਰਦਾ ਹੈ, ਭਟਕਦਾ ਹੈ, ਮੋਹ ਦੇ ਵਿੱਚ ਖੁਆਰ ਹੁੰਦਾ ਹੈ, ਜਿਹੜਾ ਆਪਣਿਆਂ ਨੂੰ ਆਦਰ ਦਿੰਦਾ ਹੈ, ਦੂਜਿਆਂ ਦੀ ਨਿਰਾਦਰੀ ਕਰਦਾ ਹੈ, ਹੰਕਾਰ ਆਦਿ ਬਿਰਤੀਆਂ ਦੇ ਵਿੱਚ ਜਿਹੜਾ ਜੀ ਰਿਹਾ ਹੈ, ਸਤਿਗੁਰੂ ਕਹਿੰਦੇ ਮਾਇਆ ਉਹਨੂੰ ਆਪਣੇ ਦਬਾਅ ਹੇਠ ਰੱਖਦੀ ਹੈ। ਭਾਵ ਇਸ ਤਰ੍ਹਾਂ ਮਾਇਆ ਉਹਦੇ ਉੱਤੇ ਆਪਣਾ ਜ਼ੋਰ ਪਾਉਂਦੀ ਹੈ। ਇਸ ਕਰਕੇ ਮੈਂ ਬੇਨਤੀ ਕਰਾਂ, ਜਦੋਂ ਮਾਇਆਧਾਰੀ ਦੀ ਗੱਲ ਕਰਨੀ ਹੈ ਨਾ, ਤੇ ਇਹਦਾ ਅਰਥ ਇਹ ਨਹੀਂ ਲੈਣਾ ਕਿ ਜਿਹਦੇ ਕੋਲ ਬਹੁਤ ਪੈਸਾ ਬਈ ਇਕੱਲਾ ਉਹੀ ਮਾਇਆ। ਕਈ ਵਾਰ ਬਹੁਤ ਧਨਵਾਨ ਮਨੁੱਖ ਅਤ ਨਿਮਰਤਾ ਦੇ ਘਰ ਵਿੱਚ ਜੀ ਰਿਹਾ ਹੁੰਦਾ ਹੈ। ਮੈਂ ਆਪਣੀਆਂ ਅੱਖਾਂ ਨਾਲ ਐਸੇ ਬਹੁਤੇ ਧਨਵਾਨਾਂ ਨੂੰ ਸੰਸਾਰ ਵਿੱਚ ਵੇਖਿਆ ਹੈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗਰੀਬੀ ਹੁੰਦੀ ਹੈ। ਜਿਹੜੇ ਗੁਰੂ ਨਾਲ ਜੁੜਦੇ ਹਨ, ਜਿਹੜੇ ਗੁਰੂ ਦੇ ਦਰ ਤੇ ਆ ਕੇ ਆਪਣੇ ਹੱਥੀਂ ਸੇਵਾ ਕਰਦੇ ਹਨ, ਆਪਣੇ ਆਪ ਨੂੰ ਗੁਰੂ ਦੇ ਦਰ ਦਾ ਚਾਕਰ, ਗੁਰੂ ਦੇ ਦਰ ਦਾ ਗੋਲਾ ਹੀ, ਦਾਸ ਹੀ ਮੰਨਦੇ ਹਨ, ਆਪਣੇ ਆਪ ਨੂੰ ਬਿਲਕੁਲ ਵੀ ਨਹੀਂ ਜਣਾਉਂਦੇ। ਐਸੇ ਵੀ ਲੋਕ ਸੰਸਾਰ ਵਿੱਚ ਹਨ। ਤੇ ਐਸੇ ਵੀ ਸੰਸਾਰ ਵਿੱਚ ਹਨ ਜਿਨ੍ਹਾਂ ਕੋਲ ਬਹੁਤ ਕੁਛ ਤੇ ਨਹੀਂ, ਥੋੜ੍ਹਾ ਜਿਹਾ ਵਿੱਤ ਹੈ, ਲੇਕਿਨ ਨਾਲ ਇਹ ਸਾਰੇ ਵਿਕਾਰ ਵੀ ਉਹਨਾਂ ਦੇ ਕੋਲ ਹਨ। ਹੁਣ ਸਤਿਗੁਰੂ ਕਹਿੰਦੇ ਦੋਨਾਂ ਵਿੱਚੋਂ ਮਾਇਆਧਾਰੀ ਕੌਣ ਹੋਇਆ ਅਸਲ ਦੇ ਵਿੱਚ? ਹਰ ਉਹ ਇਨਸਾਨ ਮਾਇਆਧਾਰੀ ਹੈ ਜਿਹਦੇ ਵਿੱਚ ਇਹਨਾਂ ਵਿੱਚੋਂ ਸਾਰੇ ਜਾਂ ਕੁਝ ਦੋਖ ਮੌਜੂਦ ਹੋਣਗੇ। ਸਤਿਗੁਰੂ ਸਮਝਾਉਂਦੇ, ਮ੍ਰਿਤਿਉ ਜਨਮ ਪ੍ਰਮੰਤ ਨਰਕ ਹੈ, ਅਨੇਕ ਉਪਾਵੰ ਨ ਸਿੱਧਯਤੇ। ਮੈਂ ਉਚਾਰਨ ਦੀ ਇੱਕ ਬਹੁਤ ਜ਼ਰੂਰੀ ਬੇਨਤੀ ਕਰਨੀ ਚਾਹੁੰਦਾ ਹਾਂ। ਇਸ ਸ਼ਬਦ ਦਾ ਉਚਾਰਨ 99% ਸੰਗਤ ਗਲਤ ਕਰਦੀ ਹੈ। ਇਹਨੂੰ ਮਿੱਤਰੂ ਜਾਂ ਇਸ ਤਰੀਕੇ ਦੇ ਪਤਾ ਨਹੀਂ ਕੈਸੇ ਉਚਾਰਨ ਕਰਦੇ ਹਨ। ਸ਼ਬਦ ਹੈ ਮ੍ਰਿਤਿਉ। ਆਪ ਜੀ ਫਿਰ ਸਮਝਾ, ਮ੍ਰਿਤਿਉ। ਮੰਮੇ ਦੇ ਪੈਰ ਵਿੱਚ ਰਾਰਾ ਹੈ, ਮੰਮੇ ਨੂੰ ਸਿਆਰੀ ਹੈ, ਮਰੀ। ਤੱਤਾ ਹੈ, ਪੈਰ ਵਿੱਚ ਇਹ ਹੈ ਤੇ ਔਂਕੜ ਹੈ, ਮ੍ਰਿਤਿਉ। ਜਿਵੇਂ ਹਿੰਦੀ ਵਿੱਚ ਮ੍ਰਿਤਿਉ ਲਿਖਦੇ ਹਾਂ, ਬਿਲਕੁਲ ਉਸੇ ਪ੍ਰਕਾਰ ਮ੍ਰਿਤਿਉ ਉਚਾਰਨ ਕਰਨਾ ਹੈ ਇਹਦਾ। ਸਤਿਗੁਰੂ ਜੀ ਆਖਦੇ ਹਨ ਮ੍ਰਿਤਿਉ ਦਾ ਭਾਵ ਹੈ ਮੌਤ। ਉਹ ਜਨਮ ਮਰਨ ਦੇ ਵਿੱਚ ਭਟਕਦੇ ਰਹਿੰਦੇ ਹਨ। ਐਸੇ ਲੋਕ, ਉਹ ਮਨੁੱਖ ਜਨਮ ਮਰਨ ਵਿੱਚ ਭਟਕਦਾ ਰਹਿੰਦਾ ਹੈ ਜਿਹਦੇ ਉੱਤੇ ਮਾਇਆ, ਜਿਵੇਂ ਪਿੱਛੇ ਦੱਸਿਆ ਗਿਆ, ਮਾਇਆ ਜਿਹਦੇ ਉੱਤੇ ਆਪਣਾ ਜ਼ੋਰ ਇਸ ਢੰਗ ਨਾਲ ਪਾਉਂਦੀ ਹੈ। ਉਹ ਮਨੁੱਖ ਨਰਕ ਭੋਗਦੇ ਰਹਿੰਦੇ ਹਨ। ਮ੍ਰਿਤਿਉ ਜਨਮ ਪ੍ਰਮੰਤ ਨਰਕ ਹੈ। ਅਨੇਕ ਉਪਾਵੰ ਨ ਸਿੱਧਯਤੇ। ਅਨੇਕਾਂ ਉਪਾਵਾਂ ਦੇ ਨਾਲ ਵੀ ਉਹ ਇਹਨਾਂ ਦੁੱਖਾਂ ਦੇ ਵਿੱਚੋਂ ਨਿਕਲਣ ਵਿੱਚੋਂ ਕਾਮਯਾਬ ਨਹੀਂ ਹੁੰਦੇ। ਕਿਤਨੇ ਵੀ ਉਪਾਅ ਕਿਉਂ ਨਾ ਕਰ ਲੈਣ, ਲੇਕਿਨ ਸਤਿਗੁਰੂ ਕਹਿੰਦੇ ਜਦ ਤੱਕ ਉਹ ਆਪਣੇ ਆਪ ਨੂੰ ਬਦਲਣ ਦਾ ਉਪਾਅ ਨਹੀਂ ਕਰਨਗੇ, ਉਹਨਾਂ ਦੀ ਬੁੱਧੀ, ਉਹਨਾਂ ਦੀ ਬਿਰਤੀ, ਉਹਨਾਂ ਦਾ ਸੁਭਾਅ, ਉਹਨਾਂ ਦੇ ਕਰਮ, ਉਹਨਾਂ ਦੇ ਸੰਸਕਾਰ ਜਦ ਤੱਕ ਨਹੀਂ ਬਦਲਦੇ, ਆਵਾਗਮਨ ਤੋਂ ਮੁਕਤੀ ਕਦੀ ਵੀ ਨਹੀਂ ਮਿਲਣ ਵਾਲੀ। ਇਸ ਕਰਕੇ ਪਿਆਰਿਓ, ਇਹ ਗੱਲ ਸਮਝਣਾ ਕਿ ਜੇ ਚਾਹੁੰਦੇ ਹਾਂ ਕਿ ਆਵਾਗਮਨ ਨਾ ਹੋਵੇ ਵਾਰ-ਵਾਰ,
ਆਵਾਗਮਨ ਹੋਤ ਹੈ ਫੁਨ ਫੁਨ। ਵਾਰ-ਵਾਰ ਦਾ ਆਵਾਗਮਨ ਮਿਟ ਜਾਵੇ, ਇਹਦੇ ਲਈ ਸਾਨੂੰ ਫਿਰ ਆਪਣੇ ਆਪ ਨੂੰ ਹੀ ਬਦਲਣਾ ਪਵੇਗਾ। ਆਪਣੇ ਸੁਭਾਅ ਨੂੰ, ਆਪਣੇ ਕਰਮਾਂ ਨੂੰ, ਆਪਣੇ ਬੋਲਾਂ ਨੂੰ, ਆਪਣੇ ਸੰਸਕਾਰਾਂ ਨੂੰ, ਆਪਣੇ ਓਵਰਆਲ ਜੀਵਨ ਨੂੰ ਬਦਲਣਾ ਪਵੇਗਾ। ਨਿਰਮਲੰ ਸਾਧ ਸੰਗ ਹੈ ਜਪੰਤ ਨਾਨਕ ਗੋਪਾਲ ਨਾਮੰ। ਪਰ ਸਤਿਗੁਰੂ ਆਖਦੇ, ਕਹਿੰਦੇ ਐਸੇ ਮਾਇਆਧਾਰੀ ਦੇ ਉੱਤੇ ਜਦ ਕਿਰਪਾ ਹੋ ਜਾਵੇ ਨਾ, ਤੇ ਉਹ ਸਤ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਣ ਲੱਗ ਪਵੇ, ਤੇ ਉਹ ਵੀ ਨਿਰਮਲ ਹੋ ਜਾਂਦਾ ਹੈ। ਭਾਵ ਉਹਦਾ ਜੀਵਨ ਵੀ ਪਵਿੱਤਰ ਹੋ ਜਾਂਦਾ ਹੈ, ਮਾਇਆ ਦੀ ਕਾਲਕ ਧੁੱਪਣ ਲੱਗ ਪੈਂਦੀ ਹੈ। ਤੇ ਸਤਿਗੁਰੂ ਆਖਣਗੇ, ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ। ਉਹ ਸਦਾ ਹੀ ਫਿਰ ਗੋਬਿੰਦ ਦੇ ਗੁਣ ਨਿਤ ਪ੍ਰਤ ਹੈ, ਨਿੱਤਾ ਪ੍ਰਤੀ ਗੋਬਿੰਦ ਦੇ ਗੁਣ ਗਾਣ ਲੱਗ ਪਵੇਗਾ। ਗੁਣ ਗਾਉਂਦਿਆਂ ਗਾਉਂਦਿਆਂ ਹੀ ਮਾਇਆ ਦੀ ਕਾਲਖ ਉਤਰੇਗੀ। ਸਾਰੇ ਸ਼ਲੋਕ ਦਾ ਭਾਵ ਹੈ, ਮਾਇਆ ਡੋਲੇ ਬਹੁ ਵਿਧੀ। ਕਈ ਤਰੀਕਿਆਂ ਦੇ ਨਾਲ ਮਾਇਆ ਡੁਲਾਉਂਦੀ ਹੈ, ਭਟਕਾਉਂਦੀ ਹੈ, ਤੇ ਭਟਕਣਾ ਜਿਉਂਦਿਆਂ ਜੀ ਨਹੀਂ, ਮਰਨ ਤੋਂ ਬਾਅਦ ਜੂਨੀਆਂ ਦੀ ਭਟਕਣਾ ਦੇ ਰੂਪ 'ਚ ਸਾਹਮਣੇ ਬਣੀ ਰਹਿੰਦੀ ਹੈ। ਤੇ ਜੇ ਇਸ ਭਟਕਣਾ ਤੋਂ ਬਚਣਾ ਹੈ, ਸਤਿਗੁਰੂ ਆਖਦੇ, ਕਹਿੰਦੇ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਣਾ, ਉਸ ਨਾਮ ਨੂੰ ਵਿਚਾਰਨਾ, ਆਪਣੀ ਕਰਨੀ ਆਪਣੇ ਸੰਸਕਾਰਾਂ ਵਿੱਚ ਲੈ ਆਉਣਾ, ਇਹਦੇ ਨਾਲ ਨਿਰਮਲ ਹੋਣਾ, ਤੇ ਫਿਰ ਆਵਾਗਮਨ ਤੋਂ ਬਚਣ ਦਾ ਰਸਤਾ ਲੱਭ ਜਾਵੇਗਾ। ਜੀਵ ਭਟਕੇਗਾ ਨਹੀਂ। ਜਿਵੇਂ ਪਿੱਛੇ ਥਾਨ ਬਿਹੂਨੰਗ ਪੜਿਆ ਸੀ ਕਿ ਹੁਣ ਥਾਨ ਬਿਹੂਨੰਗ ਨਹੀਂ, ਹੁਣ ਥਾਂ ਵਾਲਾ ਹੋ ਜਾਵੇਗਾ। ਹੁਣ ਨਿਖਸਮਾ ਨਹੀਂ, ਹੁਣ ਖਸਮ ਵਾਲਾ ਹੋ ਜਾਵੇਗਾ। ਹੁਣ ਦੁਹਾਗਣ ਨਹੀਂ, ਹੁਣ ਇਹ ਜੀਵ ਸੁਹਾਗਣੀ ਬਣ ਜਾਵੇਗੀ। ਤਰਨ ਸਰਣ ਸੁਆਮੀ ਰਮਣ ਸੀਲ ਪਰਮੇਸ਼ੁਰ ਹੈ। ਸਤਿਗੁਰੂ ਜੀ ਆਖਦੇ, ਕਹਿੰਦੇ ਤਰਨ, ਤਰਨ ਦਾ ਅਰਥ ਕੀ ਹੈ? ਜਹਾਜ਼। ਸ਼ਰਨ ਦਾ ਅਰਥ ਕੀ ਹੈ? ਪਰਮਾਤਮਾ ਦੀ ਸ਼ਰਨ, ਜਿਹਨੂੰ ਸੈਂਕਚੁਰੀ ਆਖਦੀ ਹੈ। ਪਰਮਾਤਮਾ ਦੀ ਸ਼ਰਨ ਹੀ ਜੀਵਾਂ ਦੇ ਲਈ ਸੰਸਾਰ ਭਵਜਲ ਤੋਂ ਤਰਨ ਦੇ ਲਈ ਜਹਾਜ਼ ਹੈ। ਗੱਲ ਸਮਝਣਾ, ਪਰਮਾਤਮਾ ਦੀ ਸ਼ਰਨ ਹੀ ਜੀਵਾਂ ਦੇ ਲਈ ਤਰਨ ਹੈ। ਰਮਣ ਸੀਲ ਪਰਮੇਸ਼ੁਰ ਹੈ। ਪਰਮਾਤਮਾ ਸਭ ਕੌਤਕ ਕਰਨ ਵਾਲਾ ਹੈ, ਉਹ ਸਾਰਿਆਂ ਦਾ ਮਾਲਕ ਹੈ। ਰਮਣਸ਼ੀਲ, ਰਮਣਸ਼ੀਲ ਦਾ ਅਰਥ ਹੈ ਕੌਤਕ ਕਰਨ ਵਾਲਾ। ਕੌਣ ਹੈ? ਪਰਮੇਸ਼ੁਰ ਹੈ। ਪਰਮਾਤਮਾ ਪਰਮੇਸ਼ੁਰ ਹੈ, ਰਮਣਸ਼ੀਲ ਹੈ, ਭਾਵ ਸਾਰੇ ਕੌਤਕ ਰਚਣ ਵਾਲਾ ਹੈ, ਸਾਰੇ ਕੌਤਕ ਕਰਨ ਵਾਲਾ ਹੈ। ਤੇ ਉਸੇ ਦੀ ਸ਼ਰਨ ਜੀਵਾਂ ਦੇ ਲਈ ਜਹਾਜ਼ ਹੈ। ਕਰਨ ਕਾਰਨ ਸਮਰੱਥ ਹੈ, ਦਾਨ ਦੇਤ ਪ੍ਰਭ ਪੂਰਨ ਹੈ। ਪਰਮਾਤਮਾ ਜੋ ਪੂਰਾ ਹੈ, ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਹ ਆਪ ਹੀ ਕਰਨ ਕਾਰਨ ਹੈ, ਭਾਵ ਕਿ ਸਾਰੇ ਜਗਤ ਦਾ ਮੂਲ ਹੈ। ਤੇ ਸਮਰੱਥ ਹੈ ਦਾ ਭਾਵ ਹੈ ਸਾਰੀਆਂ ਤਾਕਤਾਂ ਦਾ ਮਾਲਕ, ਸਭ ਕੁਝ ਕਰਨ ਜੋਗਾ ਹੈ। ਨਿਰਾਸ ਆਸ ਕਰਣੰ ਸਗਲ ਅਰਥ ਆਲਿਆ ਹੈ। ਪਰਮਾਤਮਾ ਨਿਰਾਸ਼ਿਆਂ ਦੀ ਆਸਾਂ ਪੂਰੀਆਂ ਕਰਨ ਵਾਲਾ ਹੈ, ਤੇ ਨਾਲ ਹੀ ਸਾਰੇ ਪਦਾਰਥਾਂ ਦਾ ਆਲਯ, ਸਰਬ ਅਰਥ ਆਲਯ ਹੈ। ਆਲਯ ਕਹਿੰਦੇ ਹਨ ਘਰ ਨੂੰ, ਅਰਥ ਕਹਿੰਦੇ ਹਨ ਪਦਾਰਥਾਂ ਨੂੰ। ਸਰਬ ਦਾ, ਸਗਲ ਦਾ ਭਾਵ ਹੈ ਸਾਰੇ, ਸਗਲ ਅਰਥ ਆਲਯ ਹੈ, ਉਹ ਸਾਰੇ ਪਦਾਰਥਾਂ ਦਾ ਘਰ ਹੈ। ਭਾਵ ਦੁਨੀਆ ਦਾ ਕੋਈ ਪਦਾਰਥ ਐਸਾ ਨਹੀਂ ਜਿਹੜਾ ਪ੍ਰਭੂ ਦੇ ਘਰ ਵਿੱਚ ਨਾ ਹੋਵੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ। ਸਤਿਗੁਰੂ ਕਹਿੰਦੇ ਨਾ ਕਿ ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕਹਿ ਬਲ। ਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ, ਸਭ ਕੁਛ ਹੈ ਘਰ ਤਿਸ ਕਹਿ ਬਲ। ਰਾਮ ਜੀਓ, ਉਹਦੇ ਘਰ ਵਿੱਚ ਸਭ ਕੁਛ ਹੈ, ਸਭ ਨਿਧਾਨ। 10 ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਗੁਣ ਨਿਧਾਨ ਸਿਮਰੰਤ ਨਾਨਕ, ਸਗਲ ਜਾਚੰਤ ਜਾਚਿਕ ਹੈ। ਸਤਿਗੁਰੂ ਆਖਦੇ ਹੈ ਨਾਨਕ, ਸਾਰੇ ਜੀਵ ਮੰਗਤੇ ਬਣ ਕੇ ਸਗਲ ਜਾਚੰਤ ਜਾਚਿਕ ਹੈ। ਸਾਰੇ ਉਸ ਪਰਮਾਤਮਾ ਦੇ ਜਾਚਿਕ ਬਣ ਕੇ, ਜਾਚੰਤ ਦਾ ਭਾਵ ਹੈ ਉਹਦੇ ਦਰ ਤੋਂ ਮੰਗਦੇ ਹਨ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ, ਰਾਮ ਸਭ ਕੋ ਆਸੈ ਤੇਰੀ ਬੈਠਾ। ਸਾਰੇ ਜੀਵ ਉਸ ਪਰਮਾਤਮਾ ਦੇ ਦਰ ਤੇ ਜਾਚਕ ਬਣ ਕੇ ਜਾਚਦੇ ਹਨ, ਭਾਵ ਮੰਗਦੇ ਹਨ। ਤੇ ਸਤਿਗੁਰੂ ਆਖਦੇ ਗੁਣ ਨਿਧਾਨ ਸਿਮਰੰਤ, ਉਸ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ, ਉਹਦੇ ਅੱਗੇ ਅਰਜ਼ੋਈਆਂ ਕਰਦੇ ਹਨ, ਉਹਦੇ ਅੱਗੇ ਅਰਦਾਸਾਂ ਕਰਦੇ ਹਨ, ਤੇ ਉਹਦੇ ਅੱਗੇ ਆਪਣੇ ਅੰਦਰ ਦੀ ਭਾਵਨਾ ਰੱਖਦੇ ਹਨ।
अगला श्लोक। दुर्गम स्थान सुगमं महादुख सर्व सूखण है। दुर्गम ਦਾ ਭਾਵ ਹੈ ਉਹ ਥਾਂ ਜਿੱਥੇ ਗਮਨ ਔਖਾ ਹੋਵੇ, ਭਾਵ ਜਿੱਥੇ ਔਖਿਆਈ ਨਾਲ ਪਹੁੰਚਿਆ ਜਾ ਸਕਦਾ ਹੋਵੇ। ਦੁਰਗਮ ਸਥਾਨ ਸੁਗਮੰ, ਔਖੀ ਪਹੁੰਚ ਵਾਲੇ ਥਾਂ, ਔਖੀ ਪਹੁੰਚ ਵਾਲੀਆਂ ਥਾਵਾਂ ਸੌਖੀ ਪਹੁੰਚ ਵਾਲੀਆਂ ਹੋ ਜਾਂਦੀਆਂ ਹਨ। ਭਾਵ ਉਹ ਜਗ੍ਹਾ ਜਿੱਥੇ ਮਨੁੱਖ ਬਹੁਤ ਔਖਿਆਈ ਨਾਲ ਪਹੁੰਚ ਸਕਦਾ ਸੀ, ਹੁਣ ਬੜੇ ਸੁਗਮ ਤਰੀਕੇ ਨਾਲ, ਆਸਾਨੀ ਨਾਲ ਹੁਣ ਪਹੁੰਚ ਸਕਦਾ ਹੈ। ਮਹਾਦੁਖ ਸਰਬ ਸੁਖਣ ਹੈ, ਤੇ ਵੱਡੇ ਵੱਡੇ ਮਹਾਦੁਖ ਵੀ ਹੁਣ ਸੁਖ ਬਣ ਗਏ। ਇਸ ਗੱਲ ਨੂੰ ਸਮਝਣਾ ਪਰਿਵਰਤਨ ਦੀ ਗੱਲ ਹੈ ਸਾਰੀ, ਕਿ ਜਿੱਥੇ ਜੀਵਨ ਵਿੱਚ ਕੁਝ ਅਵਸਥਾਵਾਂ ਐਸੀਆਂ ਸਨ, ਭਗਤੀ ਮਾਰਗ ਦੀ ਵੀ ਅਗਰ ਗੱਲ ਲਈਏ ਨਾ, ਤੇ ਭਗਤੀ ਮਾਰਗ ਦੇ ਉੱਤੇ ਜਿਉਂ-ਜਿਉਂ ਉਤਲੀਆਂ ਪੌੜੀਆਂ ਤੇ ਕੋਈ ਚੜ੍ਹਦਾ ਹੈ ਨਾ, ਤਿਉਂ-ਤਿਉਂ ਇਹਦੀ ਗਤੀ ਘਟ ਜਾਂਦੀ ਹੈ। ਇਸ ਨੁਕਤੇ ਨੂੰ ਸਮਝਣਾ ਆਪ ਜੀ ਦੇ ਵਿੱਚੋਂ ਜਿਹੜੇ ਭਗਤੀ ਮਾਰਗ ਦੇ ਉੱਤੇ ਤੁਰਨ ਵਾਲੇ ਹਨ, ਮੈਂ ਅਨੁਭਵੀ ਬਚਨ ਆਪ ਨਾਲ ਸਾਂਝੇ ਕਰ ਰਿਹਾ ਹਾਂ ਕਿ ਜਿਉਂ-ਜਿਉਂ ਗੁਰ ਕੀ ਪੌੜੀ ਉੱਚੋ ਉੱਚਾ, ਗੁਰੂ ਦੀ ਪੌੜੀਆਂ ਚੜ੍ਹੇਗਾ, ਜਿਉਂ-ਜਿਉਂ ਗੁਰੂ ਦੀਆਂ ਪੌੜੀਆਂ ਚੜ੍ਹਦੇ ਚੜ੍ਹਦੇ ਕੋਈ ਉੱਚਾ ਹੋਵੇਗਾ, ਯਕੀਨ ਜਾਣਨਾ ਬੁਲੰਦੀ ਜਿੱਥੇ ਮਿਲ ਰਹੀ ਹੈ ਉੱਥੇ ਅਗਲੀ ਯਾਤਰਾ ਉਤਨੀ ਹੀ ਕਠਿਨ ਹੋ ਜਾਂਦੀ ਹੈ। ਪਹਾੜੀ ਦੀ ਚੋਟੀ ਦੇ ਜਿਤਨਾ ਨਜ਼ਦੀਕ ਕੋਈ ਪਹੁੰਚੇਗਾ ਉਤਨੀ ਹੀ ਉੱਪਰ ਦੀ ਯਾਤਰਾ ਹੋਰ ਕਠਿਨ ਹੋ ਜਾਵੇਗੀ। ਪਰ ਸਤਿਗੁਰੂ ਕਹਿੰਦੇ ਜੇ ਰੱਬ ਦੀ ਕਿਰਪਾ ਹੋਵੇ ਨਾ, ਦੁਰਗਮ ਸਥਾਨ ਸੁਗਮੰ, ਉਹ ਔਖੀਆਂ ਥਾਵਾਂ ਵੀ ਹੁਣ ਸੁਖੈਨ ਹੋ ਗਈਆਂ, ਵੱਡੇ ਵੱਡੇ ਦੁੱਖ ਵੀ ਹੁਣ ਸੁਖ ਦੇ ਵਿੱਚ ਤਬਦੀਲ ਹੋ ਗਏ। ਦੁਰਬਚਨ ਭੇਦ ਭਰਮੰ ਸਾਕਤ ਪਿਸ਼ਨੰ ਤਾਂ ਸੁਰਜਨ ਹੈ। ਜਿਹੜੇ ਮਨੁੱਖ ਜੀਵਨ ਦੇ ਗਲਤ ਰਸਤੇ ਤੇ ਪੈ ਕੇ ਲੋਕਾਂ ਦੇ ਨਾਲ ਮਾੜੇ ਬੋਲ ਬੋਲ ਰਹੇ ਸਨ, ਦੁਰਬਚਨ ਭੇਦ ਭਰਮੰ, ਸਤਿਗੁਰੂ ਜੀ ਆਖਦੇ, ਕਹਿੰਦੇ ਜਿਹੜੇ ਗਲਤ ਰਸਤੇ ਦੇ ਉੱਤੇ ਤੁਰਨ ਵਾਲੇ ਲੋਕ ਦੂਜਿਆਂ ਨੂੰ ਕੇਵਲ ਕੌੜੇ, ਕੇਵਲ ਮਾੜੇ ਬਚਨ ਬੋਲਿਆ ਕਰਦੇ ਸਨ ਤੇ ਦੂਸਰਿਆਂ ਦੇ ਮਨ ਨੂੰ ਵਿੰਨ ਦਿੰਦੇ ਸਨ। ਆਪ ਦੇਖਣਾ ਜਿਹੜੇ ਬੋਲ ਹਨ ਨਾ, ਬੋਲ ਮਨ ਨੂੰ ਵਿੰਨ ਕੇ ਰੱਖ ਦਿੰਦੇ ਹਨ। ਮੈਂ ਤੇ ਕਿਧਰੇ ਪੜ੍ਹੀ ਸੀ ਇੱਕ ਗੱਲ ਕਿ ਇੱਕ ਵਾਰ ਚਾਕੂ, ਕੈਂਚੀ, ਛੁਰੀ, ਇਹ ਤਿੰਨੋਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ। ਚਾਕੂ ਆਖਦਾ ਸੀ ਸਭ ਤੋਂ ਵੱਧ ਧਾਰ ਮੇਰੀ ਹੈ, ਕੈਂਚੀ ਆਖਦੀ ਸੀ ਨਹੀਂ ਨਹੀਂ, ਸਭ ਤੋਂ ਤੇਜ਼ ਧਾਰ ਮੇਰੀ ਹੈ, ਜਿਹਨੂੰ ਮੈਂ ਕੱਟ ਦੇਵਾਂ ਉਹ ਬਚ ਨਹੀਂ ਸਕਦਾ। ਇਹ ਆਪਣੀ ਆਪਣੀ ਕਾਟ ਦੇ ਬਾਰੇ ਦੱਸ ਰਹੇ ਸਨ, ਆਪਣੀ ਆਪਣੀ ਚੋਟ ਬਾਰੇ ਦੱਸ ਰਹੇ ਸਨ। ਤੇ ਜਦੋਂ ਬੋਲਾਂ ਨੇ, ਭਾਵ ਸ਼ਬਦਾਂ ਨੇ ਉਹਨਾਂ ਦੀ ਗੱਲ ਸੁਣੀ ਨਾ, ਸ਼ਬਦ ਹੱਸਣ ਲੱਗ ਪਏ, ਕਹਿਣ ਲੱਗੇ ਤੁਹਾਡੀ ਚੋਟ ਕੁਛ ਵੀ ਨਹੀਂ, ਤੁਹਾਡੀ ਦਿੱਤੀ ਹੋਈ ਚੋਟ ਥੋੜ੍ਹੇ ਦਿਨਾਂ ਬਾਅਦ ਉਹ ਜ਼ਖਮ ਭਰ ਜਾਵੇਗਾ, ਪਰ ਜੋ ਮੇਰੀ ਦਿੱਤੀ ਹੋਈ ਚੋਟ ਹੈ ਸਾਰੀ ਜ਼ਿੰਦਗੀ ਬੰਦਾ ਨਹੀਂ ਭੁਲਾ ਸਕਦਾ ਵੀ ਇਹਨੇ ਮੈਨੂੰ ਇਹ ਗੱਲ ਕਹੀ ਸੀ। ਆਪ ਯਾਦ ਰੱਖਣਾ, ਸਰੀਰ ਨੂੰ ਫੱਟ ਲੱਗ ਜਾਵੇ, ਚੋਟ ਲੱਗ ਜਾਵੇ, ਬਚਪਨ 'ਚ ਕਿਤਨੀਆਂ ਚੋਟਾਂ ਲੱਗੀਆਂ ਸਰੀਰ ਨੂੰ, ਅੱਜ ਤੱਕ ਕਿਤਨੀ ਵਾਰ ਸਰੀਰ ਨੂੰ ਸੱਟ ਲੱਗੀ, ਚੋਟ ਲੱਗੀ, ਸਰੀਰ ਨੂੰ ਹਰਟ ਲੱਗੀ, ਤੇ ਸਮਾਂ ਗੁਜ਼ਰਨ ਨਾਲ 10, 15, 20 ਦਿਨ, ਮਹੀਨੇ ਬਾਅਦ ਉਹ ਜ਼ਖਮ ਪੂਰਾ ਭਰ ਜਾਂਦਾ ਹੈ, ਨਾਮੋ ਨਿਸ਼ਾਨ ਤੱਕ ਮਿਟ ਜਾਂਦਾ ਹੈ, ਲੱਗਦਾ ਹੀ ਨਹੀਂ ਕਦੀ ਇੱਥੇ ਚੋਟ ਲੱਗੀ ਹੋਵੇ। ਪਰ ਯਾਦ ਰੱਖਣਾ, ਕਿਸੇ ਦੇ ਬੋਲੇ ਹੋਏ ਭੈੜੇ ਬੋਲ ਅੱਜ ਵੀ ਮਨ ਦੇ ਵਿੱਚ ਜਦੋਂ ਉਹ ਯਾਦ ਆਉਂਦੇ ਹਨ ਨਾ, ਤੇ ਮਨ ਉਸੇ ਤਰ੍ਹਾਂ ਉਹਨਾਂ ਦੇ ਨਾਲ ਜ਼ਖਮੀ ਹੋ ਜਾਂਦਾ ਹੈ। ਬੋਲਾਂ ਦੀ ਚੋਟ ਨਹੀਂ ਮਿਟਦੀ। ਸਤਿਗੁਰੂ ਆਖਦੇ, ਕਹਿੰਦੇ ਜਿਹੜਾ ਮਨੁੱਖ ਦੂਸਰਿਆਂ ਨੂੰ ਬੋਲਾਂ ਦੀ ਚੋਟ ਮਾਰਦਾ ਸੀ, ਬੋਲਾਂ ਨਾਲ ਚੋਟ ਦਿੰਦਾ ਸੀ, ਇਸ ਤਰ੍ਹਾਂ ਗਲਤ ਰਸਤੇ ਤੇ ਤੁਰ ਰਿਹਾ ਸੀ। ਇਸੇ ਪ੍ਰਕਾਰ ਸਾਕਤ ਪਿਸ਼ਨੰ ਤਾਂ ਸੁਰਜਨ ਹੈ, ਮਾਇਆ ਦੇ ਵਿੱਚ ਸਾਕਤ ਕਹਿੰਦੇ ਨੇ ਰੱਬ ਨਾਲੋਂ ਟੁੱਟਿਆ ਹੋਇਆ। ਇਹ ਸਭ ਕੁਝ ਕੌਣ ਕਰੇਗਾ ਜੋ ਰੱਬ ਨਾਲੋਂ ਟੁੱਟਿਆ ਹੋਇਆ ਹੈ? ਪਰ ਪਾਤਸ਼ਾਹ ਕਹਿੰਦੇ ਕਿ ਉਹਦੇ ਜੀਵਨ ਵਿੱਚ ਵੀ ਬਦਲਾਵ ਆ ਗਿਆ। ਜਿੱਥੇ ਔਖੇ ਥਾਂ ਸੁਖੈਨ ਬਣ ਗਏ, ਵੱਡੇ ਵੱਡੇ ਦੁੱਖ ਸੁੱਖ ਵਿੱਚ ਤਬਦੀਲ ਹੋ ਗਏ। ਦੂਸਰਿਆਂ ਨੂੰ ਮਾੜੇ ਬੋਲ ਬੋਲਣ ਵਾਲੇ, ਦੂਸਰਿਆਂ ਨੂੰ ਚੋਟਾਂ ਦੇਣ ਵਾਲੇ, ਰੱਬ ਨਾਲੋਂ ਟੁੱਟੇ ਹੋਏ ਮਨੁੱਖ ਹੁਣ ਕੀ ਬਣ ਗਏ? ਸੁਰਜਨ ਹੈ। ਸੁਰਜਨ ਦਾ ਭਾਵ ਹੈ ਦੇਵਤੇ ਬਣ ਗਏ, ਚੰਗੇ ਇਨਸਾਨ ਬਣ ਗਏ। ਉਹ ਇਤਨੇ ਸੋਹਣੇ ਜੀਵਨ ਵਾਲੇ ਬਣ ਗਏ, ਉਹਨਾਂ ਦਾ ਜੀਵਨ ਇਤਨਾ ਸੁੰਦਰ ਬਣ ਗਿਆ ਕਿ ਲੋਕ ਉਹਨਾਂ ਦਾ ਜੀਵਨ ਵੇਖ ਕੇ ਹੈਰਾਨ ਹੁੰਦੇ ਹਨ। ਆ ਵੇਖਣਾ, ਗੁਰ ਇਤਿਹਾਸ ਵਿੱਚ ਐਸੀਆਂ ਕਿਤਨੀਆਂ ਉਦਾਹਰਣਾਂ ਆਉਂਦੀਆਂ ਹਨ। ਬਿਧੀ ਚੰਦ ਵਰਗਾ
ਜਿਹਨੂੰ ਚੋਰ ਕਹਿੰਦੀ ਸੀ ਦੁਨੀਆ, ਜਿਹੜਾ ਲੋਕਾਂ ਦੀਆਂ ਚੀਜ਼ਾਂ ਚੁਰਾਉਂਦਾ ਸੀ, ਲੋਕਾਂ ਦੇ ਪਸ਼ੂ ਚੁਰਾਉਂਦਾ ਸੀ। ਅੱਜ 6ਵੇਂ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਪੁਰਬ ਹੈ ਨਾ, ਤੇ 6ਵੇਂ ਪਾਤਸ਼ਾਹ ਜੀ ਨੇ ਬਿਧੀ ਚੰਦ ਨੂੰ ਇੱਕ ਬੋਲ ਕਿਹਾ ਸੀ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਉਹਦੇ ਉੱਤੇ ਕਿਰਪਾ ਹੋ ਗਈ, ਉਹਦਾ ਸਾਰਾ ਜੀਵਨ ਬਦਲ ਗਿਆ। ਗੁਰੂ ਅਰਜਨ ਦੇਵ ਜੀ ਦੇ ਵੇਲੇ ਸਤਿਗੁਰੂ ਦੀ ਸੰਗਤ ਵਿੱਚ ਆਇਆ ਸੀ, ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣਿਆ ਸੀ ਤੇ ਚੋਰੀਆਂ ਦੀ ਆਦਤ ਹਟਾ ਦਿੱਤੀ, ਲੋਕਾਂ ਨੂੰ ਭੈੜੇ ਬੋਲ ਬੋਲਣੇ ਇਹਨੇ ਬੰਦ ਕਰ ਦਿੱਤੇ ਜਦੋਂ ਇਹਨੂੰ ਗੁਰੂ ਦਾ ਥਾਪੜਾ ਮਿਲਿਆ। ਤੇ ਇੱਕ ਦਿਨ ਐਸਾ ਆਇਆ ਕਿ ਇਹਦਾ ਸਾਰਾ ਜੀਵਨ ਬਦਲ ਕੇ ਰਹਿ ਗਿਆ। ਸਤਿਗੁਰੂ ਕਹਿੰਦੇ ਬਦਲਾਵ ਕੋਈ ਕਠਿਨ ਨਹੀਂ ਹੈ, ਗੁਰੂ ਦੀ ਕਿਰਪਾ ਹੋਣੀ ਬੜੀ ਜ਼ਰੂਰੀ ਹੈ। ਅਸਥਿਤੰ ਸੋਗ ਹਰਖੰ ਭੈ ਖੀਣੰ ਤਾਂ ਨਿਰਭਵ ਹੈ। ਸਤਿਗੁਰੂ ਆਖਦੇ ਕਹਿੰਦੇ ਚਿੰਤਾ ਖੁਸ਼ੀ ਵਿੱਚ ਸਮਾ ਜਾਂਦੀ ਹੈ, ਭਾਵ ਚਿੰਤਾ ਖੁਸ਼ੀ ਵਿੱਚ ਬਦਲ ਜਾਂਦੀ ਹੈ। ਅਸਥਿਤੰ ਸੋਗ ਹਰਖੰ, ਅਸਥਿਤ ਹੋ ਜਾਂਦੀ ਹੈ ਕਿ ਸੋਗ ਹਰਖ ਦੇ ਵਿੱਚ ਤਬਦੀਲ ਹੋ ਗਏ। ਇਸੇ ਪ੍ਰਕਾਰ ਸਤਿਗੁਰੂ ਆਖਦੇ ਭੈ ਖੀਣੰ ਤਾਂ ਨਿਰਭਵ ਹੈ। ਡਰਾਂ ਦੇ ਨਾਲ ਲਿੱਸਾ ਹੋਇਆ ਮਨੁੱਖ, ਖੀਣ ਹੋਇਆ ਮਨੁੱਖ, ਕਮਜ਼ੋਰ ਹੋਇਆ ਮਨੁੱਖ, ਉਹ ਵੀ ਨਿਡਰ ਹੋ ਜਾਂਦਾ ਹੈ, ਭਾਵ ਉਹਦੀ ਜ਼ਿੰਦਗੀ ਦੇ ਵਿੱਚ ਨਿਡਰਤਾ ਆ ਜਾਂਦੀ ਹੈ। ਭੈ ਅਟਵਿਯੰ ਮਹਾਨਗਰ ਬਾਸੰ ਧਰਮ ਲਖਣ ਪ੍ਰਭ ਮਇਆ। ਡਰਾਉਣਾ ਜੰਗਲ ਇੱਕ ਸੰਘਣੇ ਸ਼ਹਿਰ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਅਟਵਿਯੰ ਕਿਹਾ ਜਾਂਦਾ ਹੈ ਜੰਗਲ ਨੂੰ। ਭੈ ਅਟਵਿਯੰ ਦਾ ਭਾਵ ਹੈ ਡਰਾਵਣਾ ਜੰਗਲ। ਡਰਾਵਣਾ ਜੰਗਲ ਉਸ ਜੀਵਨ ਨੂੰ ਕਿਹਾ ਗਿਆ ਹੈ ਜਿਸ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ। ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨ ਵਖੰਡਣ ਹੈ। ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਪਰਮਣ ਹੈ। ਜਿਹਨੇ ਰੱਬ ਨੂੰ ਭੁਲਾ ਦਿੱਤਾ ਹੈ, ਸਤਿਗੁਰੂ ਕਹਿੰਦੇ ਰੱਬ ਨੂੰ ਵਿਸਾਰਨ ਕਰਕੇ ਉਹਦਾ ਜੀਵਨ ਨਾ ਭੈੜਾ ਡਰਾਉਣਾ ਜੰਗਲ ਬਣ ਚੁੱਕਿਆ ਹੈ। ਪਰ ਗੁਰੂ ਪਾਤਸ਼ਾਹ ਆਖਦੇ ਕਹਿੰਦੇ ਉਹ ਡਰਾਉਣਾ ਜੰਗਲ ਵੀ ਵਸਦਾ ਹੋਇਆ ਸ਼ਹਿਰ ਜਾਪਣ ਲੱਗ ਪੈਂਦਾ ਹੈ। ਇਹ ਹਨ ਧਰਮ ਦੇ ਲੱਛਣ ਜੋ ਪਰਮਾਤਮਾ ਦੀ ਕਿਰਪਾ ਦੇ ਨਾਲ ਮਿਲਦੇ ਹਨ, ਭਾਵ ਦੁੱਖ ਸੁੱਖ ਵਿੱਚ ਤਬਦੀਲ ਹੋ ਗਿਆ। ਦੁਰਗਮ ਸਥਾਨ ਸੁਖੈਨ ਬਣ ਗਏ, ਜੀਵਨ ਦੇ ਵਿੱਚ ਪਰਿਵਰਤਨ ਆ ਗਏ। ਉਹ ਮਨੁੱਖ ਜਿਹੜਾ ਦੂਜਿਆਂ ਨੂੰ ਭੈੜੇ ਬੋਲ ਬੋਲਦਾ ਸੀ, ਹੁਣ ਕਿਸੇ ਦਾ ਵੀ ਦਿਲ ਨਹੀਂ ਦੁਖਾਉਂਦਾ। ਜਦੋਂ ਇਹ ਨਕਾਰਾਤਮਕ ਬਿਰਤੀਆਂ ਸਕਾਰਾਤਮਕ ਗੁਣਾਂ ਦੇ ਵਿੱਚ ਤਬਦੀਲ ਹੋ ਜਾਣ, ਗੁਰੂ ਅਰਜਨ ਦੇਵ ਜੀ ਆਖਦੇ ਕਹਿੰਦੇ ਸਮਝ ਲੈਣਾ ਮਨੁੱਖ ਦੇ ਜੀਵਨ ਵਿੱਚ ਧਰਮ ਆ ਚੁੱਕਿਆ ਹੈ, ਮਨੁੱਖ ਸੱਚਮੁੱਚ ਧਾਰਮਿਕ ਬਣ ਗਿਆ ਹੈ। ਧਰਮ ਕੇਵਲ ਲਿਬਾਸ ਦਾ ਪਹਿਰਾਵੇ ਦਾ ਨਾਮ ਨਹੀਂ, ਉਹ ਇਸ ਜੀਵਨ ਸ਼ੈਲੀ ਦਾ ਨਾਮ ਹੈ, ਇਸ ਜੀਵਨ ਦਾ ਨਾਮ ਹੈ। ਸਾਧ ਸੰਗਮ ਰਾਮ ਰਾਮ ਰਮਣੰ ਸ਼ਰਨ ਨਾਨਕ ਹਰ ਹਰ ਦਇਆਲ ਚਰਣੰ। ਸਤਿਗੁਰੂ ਆਖਦੇ ਹੈ ਨਾਨਕ ਉਹ ਧਰਮ ਹੈ, ਭਾਵ ਧਰਮ ਉਸੇ ਨੂੰ ਕਿਹਾ ਜਾ ਸਕਦਾ ਹੈ ਜਦੋਂ ਸਾਧ ਸੰਗਤ ਵਿੱਚ ਜਾ ਕੇ ਪਰਮਾਤਮਾ ਦਾ ਨਾਮ ਕੋਈ ਸਿਮਰਦਾ ਹੈ ਤੇ ਦਿਆਲ ਪ੍ਰਭੂ ਦੇ ਚਰਨਾਂ ਦਾ ਆਸਰਾ ਲੈਂਦਾ ਹੈ। ਸੰਗਤ ਵਿੱਚ ਆ ਕੇ ਨਾਮ ਸਿਮਰਨਾ ਔਰ ਉਸ ਦਿਆਲ ਪਰਮਾਤਮਾ ਦੇ ਚਰਨਾਂ ਦਾ ਆਸਰਾ ਲੈਣਾ, ਇੱਥੋਂ ਹੀ ਧਰਮ ਦੀ ਸ਼ੁਰੂਆਤ ਹੁੰਦੀ ਹੈ। ਤੇ ਧਰਮ ਦੇ ਲੱਛਣ ਕੀ ਹਨ ਉਹ ਪਿੱਛੇ ਅਸੀਂ ਵਿਚਾਰੇ ਨੂੰ ਕਿ ਕਿਵੇਂ ਬਦਲਾਵ ਆਉਣ ਲੱਗ ਪੈਣਗੇ। ਮਨੁੱਖ ਦਾ ਸਮੁੱਚਾ ਜੀਵਨ ਤਬਦੀਲ ਹੋਵੇਗਾ। ਇਹ ਨੈਗੇਟਿਵ ਜੀਵਨ ਤੋਂ ਪੋਜ਼ਿਟਿਵ ਜੀਵਨ ਵਾਲਾ, ਇਹ ਵਾਇਸਿਸ ਤੋਂ ਤੇ ਵਰਚੂਸ ਵੱਲ ਜਾਣਾ ਸ਼ੁਰੂ ਕਰ ਦੇਵੇਗਾ। ਇਹ ਸਮਝ ਲੈਣਾ। ਅੱਗੇ ਹੁਣ ਜੋ ਪ੍ਰਸੰਗ ਸ਼ੁਰੂ ਹੋ ਰਿਹਾ ਹੈ, ਇਹ ਅਗਲੇ ਸ਼ਲੋਕ, ਇਹਨਾਂ ਦੇ ਵਿੱਚ 5 ਹੀ ਵਿਕਾਰਾਂ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ, ਜਿਸ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੀ ਗੱਲ ਹੈ। ਆਓ ਅਗਲਾ ਪ੍ਰਕਰਨ ਆਰੰਭ ਕਰੀਏ। ਸਤਿਗੁਰੂ ਜੀ ਦੇ ਬਚਨ ਹਨ। ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨ ਹੈ। ਵੈਸੇ ਵਿਕਾਰਾਂ ਦੀ ਜਦੋਂ ਭਾਰਤ ਦੇ ਮਨੀਸ਼ਾਂ ਨੇ, ਰਿਸ਼ੀਆਂ ਮੁਨੀਆਂ ਨੇ ਗੱਲ ਕੀਤੀ, ਉਹਨਾਂ ਨੇ ਸਭ ਤੋਂ ਪਹਿਲੇ ਕਾਮ ਦਾ ਨਾਮ ਲਿਆ। ਕਾਮ, ਫਿਰ ਕ੍ਰੋਧ, ਫਿਰ ਲੋਭ, ਫਿਰ ਮੋਹ ਤੇ ਫਿਰ ਅਹੰਕਾਰ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਾਮ ਨੂੰ ਪਹਿਲੇ ਨੰਬਰ ਤੇ ਨਹੀਂ ਰੱਖਿਆ। ਇਸ ਪ੍ਰਸੰਗ ਦੇ ਵਿੱਚ, ਇਸ ਪ੍ਰਕਰਨ ਦੇ ਵਿੱਚ ਸਤਿਗੁਰੂ ਜੀ ਨੇ ਸਭ ਤੋਂ ਪਹਿਲੇ ਮੋਹ ਨੂੰ ਰੱਖਿਆ ਹੈ। ਮੋਹ, ਕਿਉਂਕਿ ਬਾਣੀ ਵੀ ਆਖਦੀ ਹੈ ਮੋਹ ਰਾਜਾ ਹੈ। ਬਾਕੀ ਵਿਕਾਰ ਇਹਦੇ ਸਾਹਮਣੇ ਹਨ, ਬਾਕੀ ਵਿਕਾਰ ਇਹਦੇ ਅੱਗੇ ਛੋਟੇ ਹਨ। ਸਭ ਤੋਂ ਵੱਡਾ ਵਿਕਾਰ ਮੋਹ ਹੈ।
ਤੇ ਸਤਿਗੁਰੂ ਜੀ ਮੋਹ ਨੂੰ ਸੰਬੋਧਨ ਕਰਕੇ ਆਖਦੇ ਹਨ, ਹੇ ਅਜਿਤ ਸੂਰ ਸੰਗਰਾਮੰ, ਹੇ ਨਾ ਜਿੱਤੇ ਜਾਣ ਵਾਲੇ ਮੋਹ, ਤੂੰ ਯੁੱਧ ਦਾ ਸੂਰਮਾ ਹੈ। ਭਾਵ ਤੇਰੇ ਵਰਗਾ ਸੂਰਮਾ ਕੋਈ ਨਹੀਂ ਜੋ ਮਨੁੱਖੀ ਜੀਵਨ ਵਿੱਚ ਗੁਣਾ ਤੇ ਅਵਗੁਣਾ ਦਾ, ਕਾਮਾਦਿਕਾਂ ਦਾ ਤੇ ਰੱਬੀ ਗੁਣਾ ਦਾ ਯੁੱਧ ਚੱਲ ਰਿਹਾ ਹੈ। ਸੱਚ ਇਹ ਹੈ, ਹੇ ਮੋਹ, ਤੈਨੂੰ ਜਿੱਤਣਾ ਬਹੁਤ 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 ਹੀ ਕਠਿਨ ਹੈ। ਇੰਜ ਆਖ ਦਈਏ ਕਿ ਤੂੰ ਜਿੱਤਿਆ ਨਹੀਂ ਜਾ ਸਕਦਾ ਛੇਤੀ ਕਿਤੇ। ਵੱਡੇ ਵੱਡੇ ਯਤਨਾਂ ਦੇ ਬਾਵਜੂਦ ਵੀ ਮਨੁੱਖ ਮੋਹ ਨੂੰ ਨਹੀਂ ਜਿੱਤ ਸਕਦਾ। ਤੂੰ ਅਨੇਕਾਂ ਮਹਾਬਲੀਆਂ ਨੂੰ ਮਲ ਦੇਣ ਵਾਲਾ ਹੈ। ਅਤ ਬਲਨਾ ਬਹੁ ਮਰਦਨ ਹੈ। ਮਰਦਨਹ ਦਾ ਭਾਵ ਹੈ ਨਾਸ਼ ਕਰ ਦੇਣ ਵਾਲਾ, ਕ੍ਰਸ਼ ਕਰ ਦੇਣਾ। ਤੂੰ ਅਨੇਕਾਂ ਹੀ ਬਲੀਆਂ ਨੂੰ ਨਾਸ਼ ਕਰ ਦੇਣ ਵਾਲਾ ਹੈ, ਉਹਨਾਂ ਨੂੰ ਖਤਮ ਕਰ ਦੇਣ ਵਾਲਾ ਹੈ। ਤੇਰੇ ਸਾਹਮਣੇ ਵੱਡੇ ਵੱਡੇ ਗੁਣ ਵੀ ਪਸਤ ਹੋ ਜਾਂਦੇ ਹਨ, ਤੂੰ ਵੱਡੇ ਵੱਡੇ ਗੁਣਾਂ ਨੂੰ ਵੀ ਮਾਰ ਕੇ ਰੱਖ ਦਿੰਦਾ ਹੈ। ਗਣ ਗੰਧਰਵ ਦੇਵ ਮਾਨੁਖਯੰ ਪਸ਼ ਪੰਖੀ ਵਿਮੋਹਨ ਹੈ। ਸਤਿਗੁਰੂ ਕਹਿੰਦੇ ਤੂੰ ਗਣ ਗੰਧਰਵ ਦੇਵਤੇ ਮਨੁੱਖ ਪਸ਼ੂ ਪੰਛੀ ਸਾਰਿਆਂ ਨੂੰ ਮੋਹ ਲੈਂਦਾ ਹੈ। ਆ ਵੇਖਣਾ, ਪਸ਼ੂਆਂ ਦੇ ਵਿੱਚ ਵੀ ਮੋਹ ਹੈ, ਪੰਛੀਆਂ ਦੇ ਵਿੱਚ ਵੀ ਮੋਹ ਹੈ, ਦੇਵਤਿਆਂ ਦੇ ਵਿੱਚ ਵੀ ਮੋਹ ਹੈ। ਇਸੇ ਪ੍ਰਕਾਰ ਦੇ ਨਾਲ ਮਨੁੱਖਾਂ ਦੇ ਵਿੱਚ ਵੀ ਮੋਹ ਹੈ, ਗਣ ਗੰਧਰਵਾਂ ਦੇ ਵਿੱਚ ਵੀ ਮੋਹ ਹੈ। ਮੋਹ ਤੋਂ ਕਹਿਣ ਤੋਂ ਭਾਵ ਦੁਨੀਆ ਦੇ ਵਿੱਚ ਕੋਈ ਜੀਵ ਨਹੀਂ ਬਚ ਸਕਿਆ। ਹਰ ਜੀਵ ਨੂੰ ਇਹ ਜਿਹੜਾ ਮੋਹ ਹੈ ਮੋਹਿਤ ਕਰ ਲੈਣ ਵਾਲਾ ਹੈ। ਹਰ ਕਰਨ ਹਾਰੰ ਨਮਸਕਾਰੰ ਸ਼ਰਨ ਨਾਨਕ ਜਗਦੀਸ਼ਵਰ ਹੈ। ਉਚਾਰਨ ਹੈ ਜਗਦੀਸ਼ਵਰ ਹੈ, ਜਗਦੀਸ਼ਵਰ ਹੈ। ਸਤਿਗੁਰੂ ਆਖਦੇ ਕਹਿੰਦੇ ਪਰ ਇਸ ਦੀ ਮਾਰ ਤੋਂ ਬਚਣ ਦੇ ਲਈ, ਭਾਵ ਇਸ ਮੋਹ ਤੋਂ ਬਚਣ ਦੇ ਲਈ, ਹੈ ਨਾਨਕ ਉਸ ਜਗਦੀਸ਼ਵਰ ਹੈ, ਜਗਤ ਦੇ ਮਾਲਕ ਪਰਮਾਤਮਾ ਦੀ ਸ਼ਰਨ ਲੈ। ਅਤੇ ਹਰ ਕਰਨ ਹਾਰੰ ਨਮਸਕਾਰੰ, ਜਗਤ ਦੇ ਰਚਨਹਾਰ ਪਰਮਾਤਮਾ ਨੂੰ ਨਮਸਕਾਰ ਕਰਦੇ। ਨਮਸਕਾਰ ਕਰਨ ਦਾ ਭਾਵ ਕੀ ਹੈ ਕਿ ਰੱਬ ਦੇ ਹੁਕਮ ਦੇ ਵਿੱਚ ਤੁਰਨਾ ਸ਼ੁਰੂ ਕਰ ਦੇ। ਜੋ ਕੁਝ ਹੋ ਰਿਹਾ ਹੈ ਉਹਨੂੰ ਖਿੜੇ ਮੱਥੇ ਸਵੀਕਾਰ ਕਰਨਾ ਸ਼ੁਰੂ ਕਰ ਦੇ, ਫਿਰ ਤੂੰ ਮੋਹ ਤੋਂ ਬਚ ਸਕੇਂਗਾ। ਹੋਰ ਕੋਈ ਤਰੀਕਾ ਨਹੀਂ, ਭਾਵ ਹੁਕਮ ਰਜ਼ਾਈ ਚੱਲਣ ਤੋਂ ਬਗੈਰ, ਭਾਣੇ ਵਿੱਚ ਤੁਰਨ ਤੋਂ ਬਗੈਰ ਹੋਰ ਕੋਈ ਤਰੀਕਾ ਨਹੀਂ ਜੋ ਸਾਨੂੰ ਮੋਹ ਦੀ ਮਾਰ ਤੋਂ, ਮੋਹ ਤੋਂ ਬਚਾ ਸਕਦਾ ਹੋਵੇ। ਅਗਲਾ ਵਿਕਾਰ ਸਤਿਗੁਰੂ ਜੀ ਨੇ ਕਾਮ ਲਿਆ ਹੈ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਭ੍ਰਮਾਵਣ ਹੈ। ਹੁਣ ਕਾਮ ਨੂੰ ਸੰਬੋਧਨ ਕੀਤਾ, ਜਿਹਨੂੰ ਲਸਟ ਕਹਿੰਦੇ ਹਨ। ਸਤਿਗੁਰੂ ਕਹਿੰਦੇ ਹੇ ਕਾਮ, ਤੂੰ ਜੀਵਾਂ ਨੂੰ ਆਪਣੇ ਵਸ ਵਿੱਚ ਕਰਕੇ ਨਾ ਨਰਕ ਵਿੱਚ ਪਹੁੰਚਾਉਣ ਵਾਲਾ ਹੈ। ਹੇ ਕਾਮੰ ਨਰਕ ਬਿਸਰਾਮੰ, ਹੇ ਕਾਮ ਤੂੰ ਨਰਕਾਂ ਦੇ ਵਿੱਚ ਧੱਕਾ ਦੇਣ ਵਾਲਾ ਹੈ। ਬਹੁ ਜੋਨੀ ਭ੍ਰਮਾਵਣ ਹੈ, ਤੇ ਕਈ ਜੂਨਾਂ ਦੇ ਵਿੱਚ ਤੂੰ ਭਟਕਾਉਣ ਵਾਲਾ ਹੈ। ਤੇਰੇ ਇੱਕ ਵਿਕਾਰ ਕਰਕੇ, ਤੇਰੇ ਇੱਕ ਕਾਮ ਕਰਕੇ ਜੀਵ ਕਈ ਜੂਨਾਂ ਦੇ ਵਿੱਚ ਭਟਕਣਾ ਸ਼ੁਰੂ ਕਰ ਦਿੰਦਾ ਹੈ। ਚਿਤ ਹਰਣੰ ਤ੍ਰੈਲੋਕ ਗਮਯੰ ਜਪ ਤਪ ਸੀਲ ਬਿਦਾਰਣ ਹੈ। ਬਿਦਾਰਣ ਹੈ ਦਾ ਭਾਵ ਹੈ ਨਾਸ਼ ਕਰਨ ਵਾਲਾ। ਸਤਿਗੁਰੂ ਆਖਦੇ ਤੂੰ ਜੀਵਾਂ ਦੇ ਮਨ ਨੂੰ ਭਰਮਾ ਲੈਂਦਾ ਹੈ। ਚਿਤ ਹਰਣੰ, ਚਿਤ ਨੂੰ ਚੁਰਾ ਲੈਂਦਾ ਹੈ। ਤ੍ਰੈਲੋਕ ਗਮਯੰ, ਔਰ ਕੋਈ ਕੇਵਲ ਪ੍ਰਿਥਵੀ ਦੇ ਜੀਵਾਂ ਦੇ ਚਿਤ ਨੂੰ ਤੂੰ ਨਹੀਂ ਚੁਰਾਉਂਦਾ, ਬਲਕਿ ਤਿੰਨਾਂ ਲੋਕਾਂ ਦੇ ਵਿੱਚ ਜਿਤਨੇ ਜੀਵ ਹਨ, ਤੁਸੀਂ ਵੇਖੋ ਪੁਰਾਣ ਪੜ੍ਹ ਕੇ ਵੇਖੋ, ਦੇਵਤਿਆਂ ਦੇ ਵਿੱਚ ਕਾਮ ਮੌਜੂਦ ਸੀ। ਵੱਡੇ ਵੱਡੇ ਦੇਵਤੇ ਕਾਮੀ ਹੋਏ ਹਨ। ਉਹਨਾਂ ਦੇ ਗ੍ਰੰਥਾਂ ਦੇ ਵਿੱਚ ਹੀ ਐਸੀਆਂ ਕਹਾਣੀਆਂ ਲਿਖੀਆਂ ਹੋਈਆਂ ਕਿ ਜਿਹੜੇ ਕਾਮ ਤੋਂ ਨਹੀਂ ਬਚ ਸਕੇ। ਸਤਿਗੁਰੂ ਕਹਿੰਦੇ ਚਿਤ ਹਰਣੰ, ਤੂੰ ਚਿਤ ਨੂੰ ਹਰਨ ਵਾਲਾ ਹੈ, ਭਾਵ ਮਨ ਨੂੰ ਭਰਮਾਉਣ ਵਾਲਾ ਹੈ। ਤ੍ਰੈਲੋਕ ਗਮਯੰ, ਤੇਰੀ ਪਹੁੰਚ ਤਿੰਨਾਂ ਲੋਕਾਂ ਤੱਕ ਹੈ। ਜਪ ਤਪ ਸੀਲ ਬਿਦਾਰਣ ਹੈ, ਤੂੰ ਜੀਵਾਂ ਦੇ ਜਪ ਤਪ ਅਤੇ ਸੀਲ, ਮਿੱਠਾ ਸੁਭਾਵ ਜਾਂ ਸ਼ੁੱਧ ਆਚਰਣ, ਸ਼ੁੱਧ ਆਚਰਣ ਨੂੰ ਤੂੰ ਨਾਸ਼ ਕਰ ਦਿੰਦਾ ਹੈ। ਵੱਡੇ ਵੱਡੇ ਰਿਸ਼ੀ ਮੁਨੀ ਜਪ ਤਪ ਕਰਕੇ ਕੇਵਲ ਕਾਮ ਦੇ ਇੱਕ ਫੁਰਨੇ, ਇੱਕ ਕਰਮ ਕਰਕੇ ਉਹਨਾਂ ਨੇ ਆਪਣੀ ਸਾਰੀ ਕਮਾਈ ਗਵਾ ਲਈ। ਇਤਨੀ ਸ਼ਕਤੀ ਹੈ ਕਾਮ ਦੀ। ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਹੈ। ਹੇ ਚੰਚਲ ਕਾਮ, ਤੂੰ ਸੁਖ ਤਾਂ ਬਹੁਤ ਥੋੜਾ ਦਿੰਦਾ ਹੈ। ਕਾਮ ਦਾ ਸੁਖ ਕਿਤਨਾ ਹੈ? ਬਹੁਤ ਥੋੜਾ ਜਿਹਾ ਸੁਖ ਹੈ। ਬਾਣੀ ਨੇ ਨਿਮਕ ਕਾਮ ਸਵਾਦ ਕਾਰਣੇ ਇਹ ਸ਼ਬਦ ਵਰਤੇ ਹਨ। ਪਰ ਅੱਜ ਦਾ ਮਨੁੱਖ ਪਤਾ ਹੈ ਕੀ ਕਰਦਾ ਹੈ? ਕਾਮ ਦੇ ਉਸ ਸੁਖ ਨੂੰ ਵਧਾਉਣਾ ਚਾਹੁੰਦਾ ਹੈ। ਆਪ ਇਸ਼ਾਰਾ ਸਮਝਣਾ। 5 ਵਿਕਾਰਾਂ ਦੀ ਜਿਹੜੀ ਉਮਰ ਹੈ ਨਾ, ਇਹਨਾਂ ਵਿੱਚੋਂ ਸਭ ਤੋਂ ਛੋਟੀ ਉਮਰ ਕਾਮ ਦੀ ਹੈ। ਕਾਮ ਦੀ ਉਮਰ ਇੱਕ ਨਿਮਕ ਦੀ ਹੈ। ਕਾਮ ਦਾ ਸਵਾਦ ਬਹੁਤ ਕੁਝ ਸੈਕਿੰਡਸ ਦਾ ਹੈ ਬਸ।
ਕਾਮ ਨਾਲੋਂ ਵੱਧ ਉਮਰ ਕ੍ਰੋਧ ਦੀ ਹੈ। ਜਿਤਨੀ ਦੇਰ ਕਾਮ ਦੀ ਉਮਰ ਹੈ ਨਾ, ਇੱਕ ਨਿਮਖ ਦੀ, ਇੱਕ ਦੋ ਪਲਾਂ ਦੀ, ਥੋੜ੍ਹੀ ਜਿਹੀ ਕ੍ਰੋਧ ਦੀ ਉਮਰ ਉਹਦੇ ਨਾਲੋਂ ਵੱਧ ਹੈ। ਇਹ ਹੁਣੇ ਮੈਂ ਕ੍ਰੋਧਿਤ ਹੋਇਆ ਸਾਂ, ਹੋ ਸਕਦਾ ਹੈ ਘੰਟੇ ਬਾਅਦ ਫਿਰ ਮੇਰੀ ਸੁਲ੍ਹਾ ਹੋ ਜਾਵੇ, ਆਪ ਸਮਝਣਾ। ਪਰ ਲੋਭ ਦੀ ਉਮਰ ਇਹਦੇ ਨਾਲੋਂ ਵੱਧ ਹੈ। ਲੋਭ ਤੇ ਸਾਰੀ ਜ਼ਿੰਦਗੀ ਨਾਲ ਚੱਲਦਾ ਹੈ। ਪਰ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਜਾਵੇ, ਹੋ ਸਕਦਾ ਹੈ ਜਵਾਨੀ ਤੋਂ ਬਾਅਦ ਬੁਢੇਪੇ ਵਿੱਚ ਆ ਕੇ ਲੋਭ ਮਰ ਜਾਵੇ, ਲੋਭ ਮੁੱਕ ਜਾਵੇ। ਮੋਹ ਨਹੀਂ ਮੁੱਕਦਾ ਤੇ ਹੰਕਾਰ ਤੇ ਉੱਕਾ ਹੀ ਨਹੀਂ ਮੁੱਕਦਾ। ਇਹ ਕਾਮ ਥੋੜੀ ਉਮਰ ਵਾਲਾ, ਕ੍ਰੋਧ ਉਹਦੇ ਨਾਲੋਂ ਥੋੜੀ ਉਮਰ ਵੱਧ ਲੈ ਕੇ ਆਇਆ ਹੈ। ਲੋਭ ਦੀ ਉਹਦੇ ਨਾਲੋਂ ਵੱਧ ਉਮਰ ਹੈ। ਜੀਵਨ ਦੇ ਕੁਝ ਸਾਲ ਹੋ ਸਕਦਾ ਹੈ ਲੋਭ ਬਣਿਆ ਰਵੇ, ਲੇਕਿਨ ਸਤਿਗੁਰੂ ਕਹਿੰਦੇ ਮੋਹ ਬਣਿਆ ਰਹੇਗਾ। ਮੋਹ ਟੁੱਟਦਾ ਹੈ ਜਦੋਂ ਆਪਣੇ ਹੀ ਧੋਖਾ ਦੇ ਦੇਣ। ਗੱਲ ਸਮਝਣਾ। ਬੰਦਾ ਆਖ ਦਿੰਦਾ ਮੇਰਾ ਮੋਹ ਇਹਨਾਂ ਨਾਲੋਂ ਟੁੱਟ ਗਿਆ ਹੈ। ਜਦੋਂ ਆਪਣੇ ਹੀ ਜਿਨ੍ਹਾਂ ਨਾਲ ਸਭ ਤੋਂ ਵੱਧ ਮੋਹ ਸੀ, ਜਦੋਂ ਦਗਾ ਦੇ ਦੇਣ, ਜਦੋਂ ਧੋਖਾ ਦੇ ਦੇਣ, ਬੰਦਾ ਆਖ ਦਿੰਦਾ ਮੇਰਾ ਮੋਹ ਟੁੱਟ ਗਿਆ। ਤੇ ਇੱਕ ਹੰਕਾਰ ਹੈ ਜਿਹੜਾ ਚਿਖਾ ਦੀ ਅਗਨੀ ਵਿੱਚ ਵੀ ਨਹੀਂ ਸੜਦਾ। ਇਹ ਜੀਵ ਦੀ ਆਤਮਾ ਦੇ ਨਾਲ ਅੱਗੇ ਜਾਂਦਾ ਹੈ। ਹੰਕਾਰ ਕਰਕੇ ਬੰਦਾ ਜੀਵ ਫਿਰ ਵਾਪਸ ਆ ਜਾਂਦਾ ਹੈ। ਇਹ ਪੰਜਾਂ ਵਿਕਾਰਾਂ ਦੀ ਉਮਰ ਵੀ ਹੈ ਵੱਖ-ਵੱਖ। ਸਤਿਗੁਰੂ ਜੀ ਹੁਣ ਇੱਥੇ ਜੇ ਕਾਮ ਨੂੰ ਆਖਦੇ ਹਨ ਤੇ ਕਹਿੰਦੇ ਅਲਪ ਸੁਖ, ਨਿਮਖ ਜਿਤਨੇ, ਥੋੜੇ ਜਿਤਨੇ ਸੁਖ ਵਾਸਤੇ, ਥੋੜੇ ਜਿਤਨੇ ਸਵਾਦ ਵਾਸਤੇ ਮਨੁੱਖ ਤੇਰੇ ਪਿੱਛੇ ਹੈ ਕਾਮ ਸਦਾ ਲਗਾ ਰਹਿੰਦਾ ਹੈ। ਤੂੰ ਸੁਖ ਤਾਂ ਬਹੁਤ ਥੋੜਾ ਦਿੰਦਾ ਹੈ, ਪਰ ਸਤਿਗੁਰੂ ਜੀ ਆਖਦੇ ਕਹਿੰਦੇ ਇਹਦੇ ਨਾਲ ਤੂੰ ਜੀਵਾਂ ਨੂੰ ਸ਼ੁੱਧ ਆਚਰਣ ਦੇ ਧਨ ਤੋਂ ਸਖਣਾ ਕਰ ਦਿੰਦਾ ਹੈ। ਅਵਿਤ ਚੰਚਲ, ਤੂੰ ਜੀਵਾਂ ਨੂੰ ਅਵਿਤ ਕਰ ਦਿੰਦਾ ਹੈ। ਅਵਿਤ ਦਾ ਮਤਲਬ ਹੈ ਧਨਹੀਨ ਕਰ ਦਿੰਦਾ ਹੈ। ਕਿਸ ਚੀਜ਼ ਤੋਂ? ਸ਼ੁੱਧ ਆਚਰਣ ਉਹਨਾਂ ਦੇ ਕੋਲ ਨਹੀਂ ਰਹਿਣ ਦਿੰਦਾ। ਸ਼ੁੱਧ ਆਚਰਣ, ਉੱਚੇ ਜੀਵਨ ਰੂਪੀ ਧਨ ਤੋਂ ਤੂੰ ਜੀਵਾਂ ਨੂੰ ਖਾਲੀ ਕਰ ਦਿੰਦਾ ਹੈ। ਪਰ ਸਤਿਗੁਰੂ ਕਹਿੰਦੇ ਜੀਵ ਉੱਚੇ ਹੋਣ ਜਾਂ ਨੀਵੇਂ ਹੋਣ, ਊਚ ਨੀਚ ਸਮਾਵਣ ਹੈ। ਰਾਜੇ ਵਿੱਚ ਵੀ ਕਾਮ ਹੈ ਤੇ ਰੰਕ ਦੇ ਵਿੱਚ ਵੀ ਕਾਮ ਹੈ। ਇਹ ਤੇ ਨਹੀਂ ਕਹਿ ਸਕਦੇ ਨਾ ਰਾਜੇ ਵਿੱਚ ਕਾਮ ਹੈ ਤੇ ਮਜ਼ਦੂਰ ਵਿੱਚ ਕਾਮ ਨਹੀਂ, ਰੰਕ ਵਿੱਚ ਕਾਮ ਨਹੀਂ। ਕਾਮ ਦੋਨਾਂ ਦੇ ਵਿੱਚ ਉਤਨਾ ਹੀ ਬਰਾਬਰ ਸਮਾਇਆ ਹੋਇਆ ਹੈ। ਕੀ ਹੋਇਆ ਕਿ ਉਹਨਾਂ ਦੇ ਕੋਲ ਕਾਮ ਪੂਰਤੀ ਦੇ ਸਾਧਨ ਇੱਕ ਦੇ ਕੋਲ ਨਹੀਂ, ਇੱਕ ਦੇ ਕੋਲ ਬਹੁਤ ਹਨ। ਇਹ ਇੱਕ ਵੱਖਰਾ ਵਿਸ਼ਾ ਹੈ। ਔਰ ਯਕੀਨ ਜਾਣਨਾ, ਬੰਦਾ ਪੈਸੇ ਦੇ ਨਾਲ ਸਰੀਰ ਖਰੀਦਦਾ ਹੈ ਤੇ ਖਰੀਦੇ ਹੋਏ ਸਰੀਰਾਂ ਤੋਂ ਆਪਣੀ ਕਾਮ ਦੀ ਵਾਸ਼ਨਾ ਪੂਰੀ ਕਰਦਾ ਹੈ। ਰਾਜਾ ਤੇ ਇਹ ਕੁਝ ਕਰ ਸਕਦਾ ਹੈ। ਕੱਲ ਸਮਝਣਾ ਸੰਕੇਤ ਮਾਤਰ। ਗੁਰੂ ਜੀ ਦੇ ਕਹਿਣ ਦਾ ਭਾਵ ਹੈ ਊਚ ਨੀਚ ਸਮਾਵਣ ਹੈ। ਸਾਰਿਆਂ ਦੇ ਵਿੱਚ ਕੋਈ ਉੱਚਾ ਹੈ ਤੇ ਕੋਈ ਨੀਵਾਂ ਹੈ। ਕਾਮ ਸਾਰਿਆਂ ਦੇ ਵਿੱਚ ਸਮਾਇਆ ਹੈ, ਬੈਠਾ ਹੈ। ਤਵ ਭੈ ਬਿਮੁੰਚਿਤ ਸਾਧ ਸੰਗਮ, ਓਟ ਨਾਨਕ ਨਾਰਾਇਣ ਹੈ। ਸਤਿਗੁਰੂ ਜੀ ਆਖਦੇ ਸਾਧ ਸੰਗਤ ਵਿੱਚ ਪਹੁੰਚਿਆ ਤੇਰੇ ਡਰ ਤੋਂ ਖਲਾਸੀ ਹੋ ਜਾਂਦੀ ਹੈ। ਬਿਮੁੰਚਿਤ ਦਾ ਭਾਵ ਹੈ ਖਲਾਸੀ ਮਿਲਦੀ ਹੈ। ਤਵ ਭੈ ਬਿਮੁੰਚਿਤ, ਇਹ ਕਾਮ ਤੇਰੇ ਡਰ ਤੋਂ, ਤਵ ਦਾ ਭਾਵ ਹੈ ਤੇਰੇ, ਭੈ ਡਰ। ਤੇਰੇ ਡਰ ਤੋਂ ਕੋਈ ਤਾਂ ਹੀ ਬਚ ਸਕਦਾ ਹੈ, ਤੇਰੇ ਡਰ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ। ਕਦੋਂ? ਓਟ ਸਾਧ ਸੰਗਮ, ਓਟ ਨਾਨਕ ਨਾਰਾਇਣ ਹੈ। ਜਦੋਂ ਕੋਈ ਸਾਧ ਸੰਗਮ ਕਰੇ, ਭਾਵ ਗੁਰੂ ਦੀ ਸੰਗਤ ਵਿੱਚ ਆਵੇ ਤੇ ਗੁਰੂ ਦੀ ਸੰਗਤ ਵਿੱਚ ਆ ਕੇ ਰੱਬ ਦੀ ਸ਼ਰਨ ਲਵੇ, ਉਸ ਮਾਲਕ ਅੱਗੇ ਬੇਨਤੀ ਕਰ ਦੇਵੇ, ਹੇ ਪਰਮਾਤਮਾ, ਕਾਮ ਨੇ ਮੈਨੂੰ ਨਹੀਂ ਛੱਡਿਆ, ਮੈਂ ਕਾਮ ਨੂੰ ਨਹੀਂ ਛੱਡਿਆ, ਕਿਰਪਾ ਕਰ ਮੇਰੇ ਤੇ ਕਾਮ ਦਾ ਇਹ ਜੋੜ ਤੋੜ ਦੇ, ਕਾਮ ਦੇ ਪ੍ਰਭਾਵ ਨੂੰ ਮੇਰੀ ਸੁਰਤ ਤੋਂ ਦੂਰ ਕਰ ਦੇ, ਫਿਰ ਹੀ ਇਹਦੇ ਤੋਂ ਬਚਿਆ ਜਾ ਸਕਦਾ ਹੈ। ਅਗਲਾ ਜੋ ਵਿਕਾਰ ਹੈ ਉਹ ਕ੍ਰੋਧ ਹੈ। ਯਾਦ ਰੱਖਣਾ, ਕ੍ਰੋਧ ਵੀ ਬੜਾ ਖਤਰਨਾਕ ਹੈ। ਕ੍ਰੋਧ ਨੂੰ ਤੇ ਅਗਨੀ ਕਿਹਾ ਗਿਆ ਹੈ। ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ। ਸਤਿਗੁਰੂ ਕਹਿੰਦੇ ਹੇ ਕਲ ਮੂਲ। ਕਲ ਮੂਲ ਦਾ ਭਾਵ ਹੈ ਝਗੜੇ ਫਸਾਦ ਦੀ ਜੜ। ਝਗੜੇ ਫਸਾਦ ਦੀ ਜੜ ਕੀ ਹੈ ਜੀ? ਕ੍ਰੋਧ ਹੈ। ਕਿਸੇ ਨੂੰ ਪੁੱਛੋ ਇਹ ਝਗੜਾ ਕਿਉਂ ਹੋਇਆ, ਬੰਦਾ ਕਹੇਗਾ ਮੈਨੂੰ ਗੁੱਸਾ ਆ ਗਿਆ ਸੀ, ਮੈਨੂੰ ਕ੍ਰੋਧ ਆ ਗਿਆ ਸੀ। ਪਾਤਸ਼ਾਹ ਆਖਦੇ ਕਹਿੰਦੇ ਹੇ ਝਗੜੇ ਦੇ ਮੁੱਢ, ਝਗੜੇ ਦੀ ਜੜ ਕ੍ਰੋਧ ਤੇਰੇ ਅੰਦਰ ਕਦੰਚ ਕਰੁਣਾ ਨਾ ਉਪਰਜਤੇ, ਕਦੀ ਵੀ ਤਰਸ, ਕਦੀ ਵੀ ਦਇਆ ਪੈਦਾ ਨਹੀਂ ਹੁੰਦੀ। ਕ੍ਰੋਧੀ ਦੇ ਅੰਦਰ ਦੇ ਦਇਆ ਪੈਦਾ ਹੋ ਗਈ ਤੇ ਫਿਰ ਝਗੜਾ ਵਧੇਗਾ ਹੀ ਨਹੀਂ ਕਦੀ ਵੀ। ਕ੍ਰੋਧੀ ਦੇ ਅੰਦਰ ਸਭ ਤੋਂ ਪਹਿਲੇ, ਕ੍ਰੋਧ ਸਭ ਤੋਂ ਪਹਿਲੇ ਅੰਦਰ ਦੀ ਦਇਆ ਨੂੰ ਮਾਰਦਾ ਹੈ। ਇਹ ਗੱਲ ਯਾਦ ਰੱਖਣਾ। ਤਾਂ ਹੀ ਤੇ ਜਦੋਂ ਮਾਂ ਨੂੰ ਕ੍ਰੋਧ ਆ ਜਾਵੇ ਤੇ ਉਹ ਬੱਚਾ, ਜਿਸ ਬੱਚੇ ਨੂੰ ਉਹਨੇ ਆਪ ਪਾਲਿਆ, ਜਿਸ ਬੱਚੇ ਦਾ ਦੁੱਖ ਉਹ ਨਹੀਂ ਸਹਾਰ ਸਕਦੀ, ਖਿੱਚ ਕੇ ਉਹਦੇ ਮੂੰਹ ਤੇ ਚਪੇੜ ਮਾਰ ਦਿੰਦੀ ਹੈ।
आप इस उदाहरण राਹੀਂ समझना गल। उंज उस बच्चे वल कोई गलत दृष्टि नाल कोई घूर के तक नहीं सकता, माँ सामने आ जाएगी। पर जदों क्रोध माँ के सिर के उत्ते चढ़ गया, माँ के मन के उत्ते सवार होया, ਉਹੀ माँ जिहड़ी पालदी सी, ਉਹੀ माँ जिहड़ी प्यार दिंदी सी, अपनी गोद विच बिठांदी सी, हुण क्योंकि ਉਹਦੇ सिर ਦੇ ਉੱਤੇ क्रोध सवार हो गया ਤੇ क्रोध ने उस माँ की मत ਨੂੰ भी मार दिता, माँ के प्यार ਨੂੰ भी मार दिता, और माँ ने खिच के चपेड़ा अपने बच्चे ਨੂੰ मारनियां शुरू कर दित्तियां। ਇਹਨੂੰ ਕਹਿੰਦੇ कदंच करुणा ना उपरजते। क्रोध सब तो पहले अंदर दे प्यार और अंदरले दया ਨੂੰ, तरस ਦੀ भावना ਨੂੰ मारदा है। बल्कि पंडित गुलाब सिंह जी ने तो इत्थों तक क्रोध बारे लिखिया। प्रबोध चंद्रोदय जो नाटक है उदा उलत्था करन लग्या, अंध करो दृगवंतन को, श्रुतवंतन को बधरो कर डारो। क्रोध कह रहा है कि मैं देखण वालियां नूं जिहड़े बहुत संसार विच गहरी दृष्टि नाल वेख सकदे सन, उन्हां नूं मैं अन्ना कर दिंदा हां। अंध करो दृगवंतन को, श्रुतवंतन को बधरो कर डारो। श्रुतवंतन को बधरो कर डारो, जिहड़े बहुत गंभीर ਸਰੋਤੇ सन उन्हां नूं मैं बोला कर दिंदा हां। ਕਹਿਣ ਤੋਂ ਭਾਵ क्रोध ਜਿਹਦੇ अंदर आ जावे ਉਹਦੀ ਮਤ ਨੂੰ ਸਭ ਤੋਂ ਪਹਿਲੇ ਮਾਰਦਾ है। इस करके सतगुरु कहंदे कि क्रोध सारे झगड़िਆਂ ਦੀ जड़ है। आप याद रखना, सियाणिਆਂ ने एक गल वैसे आखी, कहंदे ਜਦੋਂ क्रोध आण लग पवे ना, ਜਦੋਂ ਬੰਦੇ ਨੂੰ ਲੱਗੇ ਵੀ ਹੁਣ क्रोध ਮੇਰੇ ਉੱਤੇ ਸਵਾਰ ਹੋਣ ਵਾਲਾ है, तो बंदा अपने ध्यान ਨੂੰ फौरन किधरे हटा लवे। वैसे मुमकिन नहीं गल, क्योंकि इतनी जल्दी ये सब कुछ होंदा है साडे जीवन विच कि क्रोध इतनी जल्दी साडे मन दे उत्ते आके चढ़ जाता है, सानू पता ही नहीं लगता। सारे विनाश तो बाद असी फिर पछतांदे हाँ, रोंदे हाँ बई जो एक पल संभाल लिया होंदा ते अज इतनी वड्डी त्रासदी ना होंदी। गल समझना संकेतिक। ये तो हुण जे गुरु दा शब्द है ना किसी दे कोल, तो उन्होंने पता लग गया मेरे उत्ते हुण क्रोध सवार हो रहा है, वो फौरन एक गहरा श्वास लैके गुरु के शब्द नूं इंज सिमरेगा। अपने और क्रोध के दरम्यान सिर्फ एक क्षण का अगर विचकार गैप पै गया, वो एक क्षण ही सारी जिंदगी नूं बदल देवेगा। जिथे उस एक क्षण दे विच त्रासदी वल कोई जा सकदा सी, एक क्षण रुकिया होया एक पॉज जीवन दे विच वो वड्डे वड्डे जिहड़े त्रासदी हन, ਵੱਡੇ ਵੱਡੇ फसाद उन्हां तो बचा सकता है। इस करके अरदास करिया करो कि परमात्मा जदों क्रोध आवे तो क्रोध मेरे उत्ते सवार ना होवे, तेरा शब्द उन्होंने रोक लवे। पर इत्थे सतगुरु जी हुण जीवां दी हालत दसदे, कहदे कदंच करुणा ना उपरजते। थोड़ी जितनी भी दया पैदा नहीं होंदी, बिख्यंत जीवं वस्यं करोत, निरत्यं करोत जथा मरकट है। सतगुरु कहंदे तू विषयी जीवां नूं अपने वस विच कर लैंदा है। विषयी जीवां नूं भाव विकारी बंदियां नूं, जिन्हां दे कोल ज्ञान नहीं, विवेक नहीं, जिन्हां दे कोल, उन्हां नूं तू अपने वस विच कर लैंदा है। ते हे क्रोध, हुण गल बड़ी स्वादली कीती इत्थे, कहंदे हे क्रोध जिन्हां नूं तू अपने वस विच कर लैंदा है ना, वो बांदरां दी तरह नचण लग पैंदे हन। वेखो उदाहरण की दित्ती, जिवें बांदर नचदा है, मदारी नचांदा है, क्रोध रूपी मदारी सानू बांदर बना के ते अपने इशारियां ते नचांदा है। हुण फैसला असी करना है, असी क्रोध दे सामने बांदर बन के नचना है या असी आज़ाद रहना है। ये हुण असी आप करना। मरकट कहंदे ने बांदर नूं, सतगुरु कहंदे निरत्यं करोत जथा मरकट है। निरत्यं उच्चारण निरत्यं है। अनिक शासन ताड़ंत जमदूत है, तव संगे अधमंग नर है। कहंदे हे क्रोध तेरी संगत दे विच जीव नीच बन जाते हैं। अधमंग दा भाव है नीच, अधम कहंदे ने नीच नूं, नीवी बिरती नीवे कर्म वाले। हे क्रोध तेरी संगत विच रह के जीव नीवे सुभाव वाले बन जाते हैं। अनिक शासन ताड़ंत जमदूत है, जमदूत उन्हां नूं अनेकां हुक्म भी ते दंड भी दिंदे ने। भाव वो जमदूतां दी प्रताड़ना तो नहीं बच सकते, जमदूतां दे दंड तो नहीं बच सकते जिन्हां दे उत्ते क्रोध सवार है। क्रोध ने जिन्हां दे उत्ते अपना प्रभाव पाया होया है। दीन दुख भंजन दयाल प्रभ नानक, सरब जी रख्या करोत। सतगुरु कहंदे हे नानक, दीनां दे दुख दूर करन वाला दयाल प्रभु ही, वो परमात्मा जिहड़ा दीनां दे दुख दूर करन वाला है, इस क्रोध तो सारे जीवां दी रख्या करन जोगा है, होर कोई भी नहीं।
ਜੋ ਕ੍ਰੋਧ ਰੂਪੀ ਵਿਕਾਰ ਤੋਂ ਜੀਵਾਂ ਨੂੰ ਬਚਾ ਸਕਦਾ ਹੋਵੇ। ਕੇਵਲ ਪਰਮਾਤਮਾ ਹੀ ਬਚਾਉਣ ਵਾਲਾ ਹੈ, ਕੇਵਲ ਰੱਬ ਹੀ ਬਚਾਉਣ ਵਾਲਾ ਹੈ। ਅਗਲਾ ਵਿਕਾਰ ਹੈ ਜੀ ਲੋਭ ਦਾ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਿਕ ਲਹਿਰੀ ਕਲੋਲ ਤੇ। ਸਤਿਗੁਰੂ ਲੋਭ ਨੂੰ ਸੰਬੋਧਨ ਕਰਕੇ ਕਹਿੰਦੇ, ਹੇ ਲੋਭ, ਮੁਖੀ ਬੰਦੇ ਵੀ ਤੇਰੀ ਸੰਗਤ ਵਿੱਚ ਰਹਿ ਕੇ ਵਿਕਾਰਾਂ ਵਿੱਚ ਡੁੱਬ ਜਾਂਦੇ ਹਨ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਿਕ ਲਹਿਰੀ ਕਲੋਲ ਤੇ। ਤੇਰੀਆਂ ਲਹਿਰਾਂ ਵਿੱਚ ਫਸ ਕੇ ਅਨੇਕਾਂ ਹੀ ਕਲੋਲ ਕਰਦੇ ਹਨ। ਭਾਵ ਮੰਨੇ ਪਰਮੰਨੇ ਮੁਖੀ ਬੰਦੇ ਵੀ ਹੇ ਲੋਭ, ਜਦੋਂ ਤੇਰੀ ਵਾਸ਼ਨਾ ਰੂਪੀ ਲਹਿਰਾਂ ਦੇ ਵਿੱਚ ਆਉਂਦੇ ਹਨ ਨਾ, ਤੇ ਉਹ ਜੀਵਨ ਵਿੱਚ ਕਈ ਕਿਸਮ ਦੇ ਕਲੋਲ ਕਰਨੇ ਸ਼ੁਰੂ ਕਰ ਦਿੰਦੇ ਹਨ। ਭਾਵ ਕਈ ਤਮਾਸ਼ੇ ਉਹਨਾਂ ਦੇ ਜੀਵਨ ਵਿੱਚ ਆ ਜਾਂਦੇ ਹਨ। ਤਾਵੰਤ ਜੀਆਂ ਬਹੁ ਪ੍ਰਕਾਰੰ, ਅਨੇਕ ਭਾਂਤ ਬਹੁ ਢੋਲ ਤੇ। ਹੇ ਕ੍ਰੋਧ, ਤੇਰੇ ਵਸ ਵਿੱਚ ਆਏ ਹੋਏ ਜੀਵ, ਤੇਰੇ ਅੜਿੱਕੇ ਆਏ ਹੋਏ ਜੀਵ ਕਈ ਤਰੀਕਿਆਂ ਦੇ ਨਾਲ ਦੌੜਦੇ ਭੱਜਦੇ ਹਨ, ਭਟਕਦੇ ਹਨ ਕਈ ਤਰੀਕਿਆਂ ਦੇ ਨਾਲ, ਅਨੇਕਾਂ ਢੰਗਾਂ ਦੇ ਨਾਲ ਉਹ ਡੋਲਦੇ ਹਨ। ਭਾਵ ਉਹਨਾਂ ਦੀ ਜ਼ਿੰਦਗੀ ਵਿੱਚ ਸਥਿਰਤਾ ਨਹੀਂ ਆਉਂਦੀ। ਨ ਚ ਮਿੱਤਰੰ ਨ ਚ ਇਸ਼ਟੰ ਨ ਚ ਬਾਂਧਵ ਨ ਚ ਮਾਤ ਪਿਤਾ ਤਵ ਲੱਜਿਆ। ਕਹਿੰਦੇ ਜਦੋਂ ਹੇ ਲੋਭ ਤੂੰ ਕਿਸੇ ਦੇ ਜੀਵਨ ਵਿੱਚ ਆ ਜਾਵੇਂ ਨਾ, ਨਚ ਨਹੀਂ ਤੇ, ਇਹਨੂੰ ਵੀ ਨਚ ਨਹੀਂ ਪੜਨਾ, ਨਹੀਂ ਤੇ ਨਾ ਹੀ। ਸਤਿਗੁਰੂ ਆਖਦੇ, ਕਹਿੰਦੇ ਤੇਰੇ ਪ੍ਰਭਾਵ ਵਿੱਚ ਆਣ ਕਰਕੇ ਹੇ ਲੋਭ, ਜਿਨ੍ਹਾਂ ਦੇ ਵਿੱਚ ਤੂੰ ਹੈ, ਜਿਨ੍ਹਾਂ ਦੇ ਅੰਦਰ ਤੂੰ ਮੌਜੂਦ ਹੈ, ਉਹਨਾਂ ਨੂੰ ਆਪਣੇ ਦੋਸਤਾਂ ਦੀ ਵੀ, ਆਪਣੇ ਗੁਰੂ ਦੀ ਵੀ, ਆਪਣੇ ਰਿਸ਼ਤੇਦਾਰਾਂ ਦੀ ਵੀ, ਆਪਣੀ ਮਾਂ ਔਰ ਪਿਓ, ਕਿਸੇ ਦੀ ਸ਼ਰਮ ਰਹਿੰਦੀ ਕੋਈ ਨਹੀਂ। ਇਹ ਗੱਲ ਯਾਦ ਰੱਖਣਾ। ਲੋਭੀ ਬੰਦੇ ਨੂੰ ਕਿਸੇ ਦੀ ਸ਼ਰਮ ਨਹੀਂ ਰਹਿੰਦੀ। ਲੋਭੀ ਬੰਦਾ ਲੋਭ ਦੇ ਵਿੱਚ ਆਇਆ ਹੋਇਆ ਮੂੰਹ ਚੋਂ ਕੁਝ ਵੀ ਬੋਲ ਦੇਵੇਗਾ। ਕੋਈ ਵੀ ਕਰਮ ਕਰ ਸਕਦਾ ਹੈ, ਕਿਸੇ ਦੀ ਵੀ ਵਸਤੂ ਨੂੰ ਆਪਣਾ ਬਣਾਉਣ ਦੇ ਮਨਸੂਬੇ ਕੱਢ ਸਕਦਾ ਹੈ, ਐਸੇ ਕਰਮ ਕਰ ਲੈਂਦਾ ਹੈ। ਉਹਨੂੰ ਕਿਸੇ ਦੀ ਵੀ ਸ਼ਰਮ ਹਯਾ ਗੈਰਤ ਨਹੀਂ ਰਹਿੰਦੀ। ਅਕਰਣੰ ਕਰੋਤ ਅਖਾਦਯ ਖਾਦਯੰ ਅਸਾਜਯੰ ਸਾਜ ਸਮਝਿਆ। ਪਾਤਸ਼ਾਹ ਕਹਿੰਦੇ, ਹੇ ਲੋਭ, ਜਿਨ੍ਹਾਂ ਦੇ ਉੱਤੇ ਤੂੰ ਆਪਣਾ ਪ੍ਰਭਾਵ ਪਾਇਆ ਹੋਇਆ ਹੈ, ਜੀਵ ਖੁੱਲ੍ਹੇ ਤੌਰ 'ਤੇ ਸਮਾਜ ਵਿੱਚ ਉਹ ਕੰਮ ਕਰਦੇ ਹਨ ਜੋ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ। ਛੁਪ ਕੇ ਨਹੀਂ, ਓਪਨਲੀ ਉਹ ਕੁਝ ਕਰ ਰਹੇ ਹਨ ਜੋ ਕੁਝ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਉਹ ਚੀਜ਼ਾਂ ਬੰਦਾ ਖਾਂਦਾ ਹੈ ਜੋ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਉਹ ਗੱਲਾਂ ਸ਼ੁਰੂ ਕਰ ਦਿੰਦਾ ਹੈ ਜੋ ਗੱਲਾਂ ਉਹਨੂੰ ਨਹੀਂ ਕਰਨੀਆਂ ਚਾਹੀਦੀਆਂ। ਇੱਥੋਂ ਲੋਭ ਦਾ ਅਰਥ ਕੇਵਲ ਪੈਸੇ ਦਾ ਲੋਭ ਨਾ ਲੈਣਾ। ਲੋਭ ਤੇ ਖਾਣੇ ਦਾ ਵੀ ਹੈ, ਲੋਭ ਤੇ ਕੱਪੜੇ ਪਾਉਣ ਦਾ ਵੀ ਹੈ, ਲੋਭ ਤੇ ਆਪਣੀ ਉਸਤਤ ਦਾ ਵੀ ਹੈ, ਲੋਭ ਤੇ ਦੂਸਰੇ ਦੀ ਨਿੰਦਿਆ ਸੁਣਨ ਦਾ ਵੀ ਹੈ। ਗੱਲ ਸਮਝੀ ਹੋਵੋਗੇ। ਲੋਭ ਉਹ ਅੰਦਰ ਦੀ ਬਿਰਤੀ ਹੈ ਜੋ ਵੱਧ ਚੀਜ਼ਾਂ ਮੰਗ ਰਿਹਾ ਹੈ। ਉਹ ਕੁਝ ਵੀ ਹੋਵੇ, ਉਹ ਮਾਣ ਹੋਵੇ, ਉਹ ਭੋਜਨ ਹੋਵੇ, ਉਹ ਵਸਤਰ ਹੋਣ, ਉਹ ਧਨ ਹੋਵੇ, ਕੁਝ ਵੀ ਹੋਵੇ, ਉਹ ਬਿਰਤੀ ਜਿਹੜੀ ਚਾਹੁੰਦੀ ਹੈ ਵੀ ਸਭ ਕੁਝ ਮੇਰੇ ਕੋਲ ਆਈ ਜਾਵੇ, ਉਹਨੂੰ ਲੋਭ ਕਹਿੰਦੇ ਹਨ। ਤੇ ਇਹ ਬਿਰਤੀ ਜਿਹਦੇ ਵਿੱਚ ਹੁੰਦੀ ਹੈ, ਸਤਿਗੁਰੂ ਕਹਿੰਦੇ ਉਹਦੀ ਸ਼ਰਮ ਮਰ ਜਾਂਦੀ ਹੈ। ਮਾਂ ਪਿਓ, ਸਾਕ ਸੰਬੰਧੀਆਂ, ਭੈਣ ਭਰਾਵਾਂ ਦੀ ਉਹਦੇ ਅੰਦਰ ਕੋਈ ਵੀ ਸ਼ਰਮ ਹਯਾ ਨਹੀਂ ਰਹਿ ਜਾਂਦੀ। ਉਹੀ ਭਰਾ ਆਖ ਰਿਹਾ ਹੁੰਦਾ ਹੈ ਦੂਜੇ ਭਰਾ ਨੂੰ, ਤੇਰਾ ਸਭ ਕੁਝ ਮੈਂ ਲੈ ਲੈਣਾ ਹੈ। ਆਪ ਗੱਲ ਸਮਝਣਾ। ਲੋਭ ਐਸੀ ਚੀਜ਼ ਹੈ। ਸਤਿਗੁਰੂ ਕਹਿੰਦੇ ਕਿ ਫਿਰ ਕਰੀਏ ਕੀ? ਤਰਾਹ ਸ਼ਰਨ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰ ਹੈ। ਸਤਿਗੁਰੂ ਕਹਿੰਦੇ, ਹੇ ਨਾਨਕ, ਲੋਭ ਤੋਂ ਬਚਣ ਦੇ ਲਈ ਅਰਦਾਸ ਕਰਿਆ ਕਰ ਇੰਜ ਕਿ, ਹੇ ਸੁਆਮੀ, ਮੈਂ ਤੇਰੀ ਸ਼ਰਨ ਆਇਆ ਹਾਂ। ਤਰਾਹ ਭਾਵ ਮੈਨੂੰ ਬਚਾ ਲੈ। ਤਰਾਹ ਦਾ ਭਾਵ ਹੈ ਮੈਨੂੰ ਰੱਖ ਲੈ, ਮੈਨੂੰ ਬਚਾ ਲੈ। ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ। ਵਿਗਿਆਪਿਤ ਦਾ ਭਾਵ ਹੈ ਮੈਂ ਬੇਨਤੀ ਕਰ ਰਿਹਾ ਹਾਂ ਤੇਰੇ ਅੱਗੇ ਕਿ ਹੇ ਸੁਆਮੀ ਜੀ, ਮੈਨੂੰ ਲੋਭ ਤੋਂ ਬਚਾ ਲਵੋ। ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਅਖੀਰਲਾ ਵਿਕਾਰ ਜੇ ਹੰਕਾਰ, 5 ਕਾਮਾਦਿਕਾਂ ਦੇ ਵਿੱਚ। ਸਤਿਗੁਰੂ ਕਹਿੰਦੇ, ਹੇ ਪਾਪੀ ਹੰਕਾਰ, ਅਹੰਕਾਰੰ ਪਾਪਾਤਮਾ, ਹੇ ਪਾਪੀ ਹੰਕਾਰ, ਤੂੰ ਜੀਵਾਂ ਦੇ ਜਨਮ ਤੇ ਮਰਨ ਦਾ ਕਾਰਨ ਹੈ। ਹੇ ਜਨਮ ਮਰਨ ਮੂਲੰ, ਜਨਮ ਔਰ ਮਰਨ ਦਾ ਮੂਲ ਕਾਰਨ ਹੈ ਹੰਕਾਰ ਤੂੰ ਹੈ। ਮਿੱਤਰੰ ਤਜੰਤ ਸ਼ਤਰੰ ਦ੍ਰਿੜੰਤ ਅਨਿਕ ਮਾਇਆ ਬਿਸਤੀਰਨ ਹੈ। ਸਤਿਗੁਰੂ ਆਖਦੇ, ਕਹਿੰਦੇ ਤੂੰ ਮਿੱਤਰਾਂ ਦਾ ਤਿਆਗ ਕਰਾ ਕੇ ਵੈਰੀਆਂ ਨੂੰ ਪੱਕੇ ਕਰਾਈ ਜਾ ਰਿਹਾ ਹੈ।
ਹੰਕਾਰ ਨੂੰ। ਹੰਕਾਰੀ ਬੰਦਾ ਦੇਖੋ, ਹੰਕਾਰ ਕਾਰਨ, ਹੰਕਾਰ ਜਿਸ ਰਿਸ਼ਤੇ ਵਿੱਚ ਆ ਜਾਵੇ, ਜਿਸ ਦੋਸਤੀ ਵਿੱਚ ਆ ਜਾਵੇ, ਜਿਸ ਸੰਬੰਧ ਵਿੱਚ ਹੰਕਾਰ ਆ ਗਿਆ, ਸੰਬੰਧ ਟੁੱਟਦਿਆਂ ਦੇਰ ਨਹੀਂ ਲੱਗਦੀ। ਗੱਲ ਸਮਝਣਾ ਧਿਆਨ ਦੇ ਨਾਲ। ਦੋ ਦੋਸਤਾਂ ਵਿੱਚ ਹੰਕਾਰ ਆ ਗਿਆ ਸੀ, ਦੋਨਾਂ ਦੀ ਦੋਸਤੀ ਟੁੱਟ ਗਈ। ਹੰਕਾਰ ਨੇ ਰਿਸ਼ਤੇ ਨੂੰ ਤੋੜ ਕੇ ਰੱਖ ਦਿੱਤਾ। ਅੱਜ ਅਸੀਂ ਵੇਖਦੇ ਹਨ ਕਿ ਰਿਸ਼ਤੇ ਬਣਦੇ ਹਨ ਬੱਚੇ ਔਰ ਬੱਚੀ ਦੇ। ਕੁਝ ਸਮਾਂ ਰਿਸ਼ਤਾ ਚੱਲਿਆ, ਕੁਝ ਮਹੀਨੇ, ਅੱਜ ਤੇ ਰਿਸ਼ਤਿਆਂ ਦੀ 100 ਵਿੱਚੋਂ ਤਕਰੀਬਨ 30-35 ਰਿਸ਼ਤੇ ਤੇ ਕੇਵਲ ਹੰਕਾਰ ਦੇ ਕਾਰਨ ਬੜੀ ਛੇਤੀ ਟੁੱਟ ਜਾਂਦੇ ਹਨ। ਹੰਕਾਰ ਉਹਨਾਂ ਰਿਸ਼ਤਿਆਂ ਨੂੰ ਤੋੜ ਦਿੰਦਾ ਹੈ। ਲੜਕਾ ਕਹਿੰਦਾ ਹੈ ਮੈਂ ਨਹੀਂ ਚੁੱਕਣਾ, ਲੜਕੀ ਕਹਿੰਦੀ ਹੈ ਮੈਂ ਨਹੀਂ ਚੁੱਕਣਾ। ਦੋਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ, ਦੋਨਾਂ ਨੇ ਐਡਜਸਟਮੈਂਟ ਨਹੀਂ ਕੀਤਾ, ਜਿਸ ਕਰਕੇ ਕੀ ਹੋਇਆ, ਵਸਿਆ ਵਸਾਇਆ ਘਰ ਨਾਸ ਹੋ ਗਿਆ। ਗੱਲ ਸਮਝਣਾ ਧਿਆਨ ਦੇ ਨਾਲ। ਹੰਕਾਰ ਇਤਨੀ ਭੈੜੀ ਚੀਜ਼ ਹੈ, ਘਰਾਂ ਦੇ ਘਰ ਹੰਕਾਰ ਨਾਸ ਕਰਕੇ ਰੱਖ ਦਿੰਦਾ ਹੈ। ਇੱਥੋਂ ਤੱਕ ਕੌਮਾਂ ਦੀ ਬਰਬਾਦੀ ਦਾ ਕਾਰਨ ਹੰਕਾਰ ਹੈ, ਸਮਾਜ ਦੀ ਬਰਬਾਦੀ ਦਾ ਕਾਰਨ ਹੰਕਾਰ ਹੈ। ਯਕੀਨ ਜਾਣਨਾ, ਘਰ ਦੇ ਮੁਖੀ ਨੂੰ ਹੰਕਾਰ ਹੋ ਜਾਵੇ ਕਿ ਬਈ ਮੈਂ ਸਾਰਿਆਂ ਦਾ ਮੁਖੀ ਹਾਂ, ਉਹ ਘਰ ਵੀ ਬਹੁਤ ਲੰਮੇ ਸਮੇਂ ਤੱਕ ਨਹੀਂ ਚੱਲ ਪਾਵੇਗਾ। ਗੱਲ ਸਮਝਣਾ, ਹੰਕਾਰ ਕਿਤਨੀ ਵੱਡੀ ਇੱਕ ਅਲਾਮਤ ਹੈ, ਕਿਤਨਾ ਵੱਡਾ ਇੱਕ ਐਬ, ਇੱਕ ਦੋਸ਼ ਹੈ। ਤਾਂ ਹੀ ਤੇ ਸਤਿਗੁਰੂ ਕਹਿੰਦੇ ਨਾ, ਮਿੱਤਰੰ ਤਜੰਤ, ਤੂੰ ਦੋਸਤਾਂ ਨੂੰ ਛੁਡਾਉਣ ਵਾਲਾ ਹੈ। ਸ਼ਤਰੰਗ ਦੇ ਡੰਤ ਤੇ ਨਵੇਂ ਨਵੇਂ ਵੈਰੀ ਬਣਾਉਣ ਵਾਲਾ ਹੈ, ਵੈਰੀ ਪੱਕੇ ਕਰਾ ਦਿੰਦਾ ਹੈ ਹੰਕਾਰ। ਅਨੇਕ ਮਾਇਆ ਵਿਸਤੀਰਨ ਹੈ, ਤੇ ਮਾਇਆ ਦੇ ਅਨੇਕਾਂ ਹੀ ਖਿਲਾਰੇ ਖਿਲਾਰਨ ਵਾਲਾ ਹੈ। ਇਹ ਕੌਣ ਖਿਲਾਰ ਰਿਹਾ ਹੈ ਮਾਇਆ ਦੇ ਖਿਲਾਰੇ? ਹੰਕਾਰ। ਹੰਕਾਰ ਕਿਵੇਂ ਮਾਇਆ ਦੇ ਖਿਲਾਰੇ ਖਿਲਾਰਦਾ ਹੈ? ਬੰਦਾ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਵੀ ਮੇਰੇ ਵਰਗਾ ਕੋਈ ਨਹੀਂ। ਕੋਈ ਸਮਾਗਮ ਕਰੇਗਾ, ਕੋਈ ਸੰਸਾਰ ਦੇ ਵਿੱਚ ਕਰਮ ਕਰੇਗਾ, ਹੰਕਾਰ ਵਸ ਹੋ ਕੇ, ਤੇ ਉਹਨੂੰ ਲੱਗੇਗਾ ਵੀ ਲੋਕ ਇਹ ਕਹਿਣ ਬਈ ਇਹਦੇ ਵਰਗਾ ਤੇ ਬਸ ਕੰਮ ਹੋਰ ਕੋਈ ਕਰ ਹੀ ਨਹੀਂ ਸਕਿਆ। ਇਹ ਹੰਕਾਰ ਦੀ ਬਿਰਤੀ ਹੈ। ਸਤਿਗੁਰੂ ਕਹਿੰਦੇ, ਆਵੰਤ ਜਾਵੰਤ ਥਕੰਤ ਜੀਆਂ, ਦੁੱਖ ਸੁੱਖ ਬਹੁ ਭੋਗਣ ਹੈ। ਤੇਰੇ ਵਸ ਵਿੱਚ ਆ ਕੇ ਜੀਵ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਥੱਕ ਜਾਂਦੇ ਹਨ, ਜੰਮਦੇ ਹਨ ਮਰਦੇ ਹਨ, ਜੰਮਦੇ ਹਨ ਮਰਦੇ ਹਨ, ਤੇ ਅਨੇਕਾਂ ਦੁੱਖ ਔਰ ਸੁੱਖ ਭੋਗਦੇ ਰਹਿੰਦੇ ਹਨ। ਭਾਵ ਉਹਨਾਂ ਦੀ ਜ਼ਿੰਦਗੀ ਵਿੱਚ ਕਦੀ ਟਿਕਾਵ ਨਹੀਂ ਆਉਂਦਾ। ਭ੍ਰਮ ਭਿਆਨ ਉਦਿਆਨ ਰਮਣੰ, ਮਹਾ ਬਿਕਟ ਅਸਾਧ ਰੋਗਣ ਹੈ। ਭਟਕਣਾ ਵਿੱਚ ਪੈ ਕੇ ਸਮਝ ਲਵੋ ਕਿ ਉਹ ਡਰਾਉਣੇ ਜੰਗਲ ਵਿੱਚ ਲੰਘ ਰਹੇ ਹਨ। ਜ਼ਿੰਦਗੀ ਡਰਾਵਣਾ ਜੰਗਲ ਬਣ ਗਈ ਉਹਨਾਂ ਦੀ, ਔਰ ਬੜੇ ਭਿਆਨਕ ਲਾ ਇਲਾਜ ਰੋਗਾਂ ਦੇ ਵਿੱਚ ਮੰਨ ਲਵੋ ਹੰਕਾਰ ਨੇ ਉਹਨਾਂ ਨੂੰ ਧਕੇਲ ਦਿੱਤਾ। ਭਾਵ ਹੰਕਾਰ ਦੇ ਕਾਰਨ ਐਸੇ ਅੰਦਰ ਫੁਰਨੇ, ਐਸੇ ਲਾ ਇਲਾਜ ਵਿਕਾਰ ਜੀਵਨ ਵਿੱਚ ਆ ਜਾਣਗੇ, ਜਿਨ੍ਹਾਂ ਦਾ ਇਲਾਜ ਕਰਨਾ ਤਕਰੀਬਨ ਨਾਮੁਮਕਿਨ ਹੈ ਕਿਸੇ ਵੀ ਮਨੁੱਖ ਦੇ ਅੰਦਰ। ਮਨੁੱਖ ਤੇ ਨਹੀਂ ਇਲਾਜ ਕਰ ਸਕਦਾ, ਪਰ ਇੱਕ ਵੈਦ ਹੈ ਜੋ ਇਹਨਾਂ ਸਾਰੇ ਔਗੁਣਾਂ ਤੋਂ, ਸਾਰੇ ਰੋਗਾਂ ਤੋਂ ਬਚਾ ਸਕਦਾ ਹੈ। ਪਾਤਸ਼ਾਹ ਕਹਿੰਦੇ, ਵੈਦਯੰ ਪਾਰ ਬ੍ਰਹਮ ਪਰਮੇਸ਼ਵਰ ਹੈ, ਆਰਾਧ ਨਾਨਕ ਹਰ ਹਰ ਹਰੇ। ਹੰਕਾਰ ਦੇ ਰੋਗ ਤੋਂ ਤੇ ਬਾਕੀ ਸਾਰੀਆਂ ਇਹਨਾਂ ਅਲਾਮਤਾਂ ਤੋਂ, ਇਹਨਾਂ ਪੰਜੇ ਵਿਕਾਰਾਂ ਤੋਂ ਬਚਾਉਣ ਵਾਲਾ ਹਕੀਮ ਵੈਦ ਡਾਕਟਰ ਕੇਵਲ ਪਰਮਾਤਮਾ ਆਪ ਹੈ। ਸਤਿਗੁਰੂ ਕਹਿੰਦੇ, ਆਰਾਧ ਨਾਨਕ ਹਰ ਹਰ ਹਰੇ। ਹੇ ਨਾਨਕ, ਉਸ ਪਰਮਾਤਮਾ ਨੂੰ ਹਰ ਵੇਲੇ ਆਰਾਧ, ਉਹਦਾ ਸਿਮਰਨ ਕਰ, ਉਸ ਪਰਮਾਤਮਾ ਦੇ ਗੁਣ ਚੇਤੇ ਰੱਖ, ਫਿਰ ਤੂੰ ਇਹਨਾਂ ਕਮਾਦਿਕਾਂ ਤੋਂ ਬਚ ਸਕੇਗਾ। ਅੱਜ ਇਤਨੇ ਹੀ ਬਚਨ ਪ੍ਰਵਾਨ ਕਰਨੇ ਜੀ। ਹੁਣ ਤੱਕ 49 ਸ਼ਲੋਕਾਂ ਦੀ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਪੂਰੀ ਹੋਈ ਹੈ। ਅਗਲੇ ਸੈਸ਼ਨ ਦੇ ਵਿੱਚ ਅਸੀਂ 50 ਨੰਬਰ ਦੇ ਸ਼ਲੋਕ ਤੋਂ ਵਿਚਾਰ ਗੁਰੂ ਕਿਰਪਾ ਸਦਕਾ ਆਰੰਭ ਕਰਾਂਗੇ। ਇਤਨੇ ਬਚਨ ਆਖ ਦਾ ਦਾਸ ਖਿਮਾ ਦਾ ਜਾਚਕ, ਅਦਬ ਸਤਕਾਰ ਪ੍ਰੇਮ ਸਹਿਤ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।